ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸ਼ਾਂਤ ਇਕ ਓੰਕਾਰ ਸਤਿਗੁਰ ਪ੍ਰਸਾਦ। ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵਹਿ। ਤਜ ਮਾਨ ਸਖੀ ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵਹਿ। ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵਹਿ। ਤਜ ਮਾਨ ਸਖੀ ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵਹਿ। ਤਜ ਮਾਨ ਮੋਹ ਬਿਕਾਰ ਦੂਜਾ, ਸੇਵ ਏਕ ਨਿਰੰਜਨੋ। ਲਗ ਚਾਰਣ ਸ਼ਰਨ ਦਇਆਲ ਪ੍ਰੀਤਮ, ਸਗਲ ਦੁਰਤ ਬੇਖੰਡਣੋ। ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਬਿਧੀ ਨਾ ਧਾਵਾ। ਨਾਨਕ ਭਇੰ ਪੈ ਕਰਹੁ ਕਿਰਪਾ, ਤਾਮ ਮੰਗਲ ਗਾਵਾ। ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਬਿਧੀ ਨਾ ਧਾਵਾ। ਨਾਨਕ ਭਇੰ ਪੈ ਕਰਹੁ ਕਿਰਪਾ, ਤਾਮ ਮੰਗਲ ਗਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਰੱਬੀ ਗਿਆਨ ਦੇ ਸਾਗਰ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ, ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਦਾ ਜੋ ਪ੍ਰਵਾਹ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਓ ਸਾਰੇ ਗੁਰੂ ਸਿਧਾਂਤ ਦੇ ਨਾਲ ਜੁੜਨ ਦਾ ਯਤਨ ਕਰੀਏ। ਇਹ ਪਾਵਨ ਅੰਮ੍ਰਿਤਮਈ ਬਚਨ ਬਿਲਾਵਲ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 847 ਤੇ ਸ਼ੋਭਨੀਕ ਹਨ। ਸ਼ੰਤ ਸਰਲੇਖ ਹੋਣ ਕਰਕੇ ਆਮ ਕਰਕੇ ਸ਼ਬਦ ਵਿੱਚ 4 ਬੰਦ ਆਉਂਦੇ ਨੇ, ਪਰ ਇੱਥੇ ਸਤਿਗੁਰੂ ਸਾਹਿਬ ਜੀ ਨੇ 5 ਪਦੇ ਉਚਾਰਨ ਕੀਤੇ ਹਨ।
ਪਹਿਲੇ ਪਦੇ ਵਿੱਚ ਸਤਿਗੁਰੂ ਗਰੀਬ ਨਵਾਜ ਜੀ ਕਿਰਪਾ ਕਰਦੇ ਨੇ ਕਿ ਜਿਵੇਂ ਪਰਮਾਤਮਾ ਦੀ ਕੋਈ ਜਾਤ ਪਾਤ ਨਹੀਂ, ਕੋਈ ਲਿੰਗ ਭੇਦ ਨਹੀਂ, ਕੋਈ ਖਾਸ ਨਾਮ ਥਾਮ ਨਹੀਂ, ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ, ਜਿਹੜਾ ਪ੍ਰਾਣੀ ਹੈ, ਜਦੋਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਉਸ ਦਾ ਵੀ ਕੋਈ ਲਿੰਗ ਭੇਦ, ਕੋਈ ਜਾਤ ਪਾਤ ਜਾਂ ਕੋਈ ਖਾਸ ਉਹਦਾ ਦੇਸ਼ ਭੇਸ਼ ਨਹੀਂ ਵੇਖਿਆ ਜਾਂਦਾ। ਜਿਵੇਂ ਪ੍ਰਭੂ ਨੂੰ ਮਾਤਾ ਵੀ ਕਿਹਾ, ਪਿਤਾ ਵੀ ਕਿਹਾ, ਇਸੇ ਤਰ੍ਹਾਂ ਪ੍ਰਾਣੀ ਨੂੰ ਸਤਿਗੁਰੂ ਜੀ ਭਾਈ ਭਾਵ ਭਰਾ ਕਹਿ ਕੇ, ਵੀਰ ਕਹਿ ਕੇ ਵੀ ਸੰਬੋਧਨ ਕਰਦੇ ਨੇ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਆਤਮਾ ਨੂੰ, ਜਗਿਆਸੂ ਨੂੰ, ਪ੍ਰਾਣੀ ਨੂੰ ਭੈਣ ਵੀ ਕਿਹਾ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਰਿਸ਼ਤਾ ਐਵੇਂ ਹੀ ਜੋੜਿਆ ਜਿਵੇਂ ਪ੍ਰਭੂ ਨਾਲ। ਪ੍ਰਭੂ ਨੂੰ ਕਿਹਾ ਤੁਸੀਂ ਮੇਰੇ ਬੰਧਪ ਹੋ, ਤੁਸੀਂ ਹੀ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰੇ ਸਖੇ ਮਿੱਤਰ ਹੋ। ਜਗਿਆਸੂ ਬਾਰੇ ਵੀ ਕਿਹਾ ਮੇਰੇ ਪ੍ਰੀਤਮ ਕੀ, ਜਿਹੜਾ ਕੋਈ ਬਾਤ ਸੁਣਾਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਇਹ ਕਿਹਾ ਗਿਆ ਕਿ ਜਿਹੜਾ ਮੈਨੂੰ ਪ੍ਰਭੂ ਨਾਲ ਜੋੜ ਦੇਵੇ, ਜਿਹੜਾ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ, ਉਹ ਮੇਰੀ ਭੈਣ ਹੈ, ਉਹ ਮੇਰਾ ਵੀਰ ਹੈ, ਉਹ ਮੇਰਾ ਮਿੱਤਰ ਹੈ। ਔਰ ਆਤਮਿਕ ਪੱਖ ਤੇ ਰੂਪ ਵਿੱਚ ਜਦੋਂ ਸਤਿਗੁਰੂ ਇਸਤਰੀ ਰੂਪ ਦੇ ਵਿੱਚ ਜਗਿਆਸੂ ਬਣ ਕੇ ਬਾਣੀ ਉਚਾਰਨ ਕਰਦੇ ਨੇ ਤੇ ਉਦੋਂ ਦੂਸਰੀ ਆਤਮਾ ਨੂੰ ਸਖੀ ਵੀ ਕਿਹਾ ਗਿਆ। ਜਿਵੇਂ ਇੱਕ ਸਖੀ ਦੂਸਰੀ ਸਖੀ ਦੇ ਨਾਲ ਆਪਣੇ ਮਨ ਦੇ ਵਿਚਾਰ ਸਾਂਝੇ ਕਰਦੀ ਹੈ, ਖੁਸ਼ੀ ਸਾਂਝੀ ਕਰਦੀ ਹੈ, ਦੁੱਖ ਸਾਂਝਾ ਕਰਦੀ ਹੈ, ਪ੍ਰਸ਼ਨ ਪੁੱਛਦੀ ਹੈ। ਇਵੇਂ ਇੱਕ ਆਤਮਾ ਦੂਸਰੀ ਆਤਮਾ ਨਾਲ ਜਦੋਂ ਗੱਲ ਕਰਦੀ ਹੈ, ਇੱਕ ਪ੍ਰਾਣੀ ਦੂਸਰੇ ਪ੍ਰਾਣੀ ਨੂੰ ਜਦੋਂ ਪੁੱਛਦਾ ਹੈ, ਤੇ ਗਰੀਬ ਨਵਾਜ ਨੇ ਉੱਥੇ ਸਖੀ ਸ਼ਬਦ ਜਿਹੜਾ ਹੈ ਉਹ ਵਰਤਿਆ, ਕਿਉਂਕਿ ਗੁਰਬਾਣੀ ਦਾ ਉਪਦੇਸ਼ ਸਰਬ ਸਾਂਝਾ ਹੈ, ਸਰਬ ਦੇਸ਼ੀ ਹੈ, ਸਰਬ ਕਾਲ, ਹਰ ਵੇਲੇ ਹਰ ਪ੍ਰਾਣੀ ਮਾਤਰ ਦੀ ਜੋਗ ਅਗਵਾਈ ਕਰਦਾ ਹੈ। ਜੇ ਸ਼ਬਦ ਪੂਤਾ ਦਾ ਅਰਥ ਕੇਵਲ ਪੁੱਤਰ ਕਰਾਂਗੇ ਤੇ ਫਿਰ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜਿਹੜਾ ਸਖੀ ਸ਼ਬਦ ਆਇਆ ਹੈ, ਕੀ ਅਸੀਂ ਕਵਾਂਗੇ ਕਿ ਇਹ ਉਪਦੇਸ਼ ਕੇਵਲ ਭੈਣਾਂ ਲਈ ਹੈ? ਨਹੀਂ। ਜਿਵੇਂ ਇਹ ਉਪਦੇਸ਼ ਭੈਣਾਂ ਲਈ ਵੀ ਹੈ, ਵੀਰਾਂ ਲਈ ਵੀ ਹੈ, ਇਸੇ ਤਰ੍ਹਾਂ ਪੂਤਾ ਮਾਤਾ ਕੀ ਅਸੀਸ ਗੁਰਸਿੱਖ ਬੱਚੀਆਂ ਵਾਸਤੇ ਵੀ ਹੈ ਤੇ ਗੁਰਸਿੱਖ ਬੱਚਿਆਂ ਵਾਸਤੇ ਵੀ ਹੈ। ਉੱਥੇ ਪੂਤਾ ਦਾ ਅਰਥ ਹੈ ਹੇ ਗੁਰਸਿੱਖ ਬੱਚਿਓ, ਤੁਹਾਡੀ ਗੁਰੂ ਮਾਂ ਦੀ ਤੁਹਾਨੂੰ ਆ ਅਸੀਸ ਹੈ। ਸਤਿਗੁਰੂ ਜੀ ਜਦੋਂ ਜਗਿਆਸੂ ਰੂਪ ਦੇ ਵਿੱਚ ਇੱਕ ਸਖੀ ਦੀ ਦੂਸਰੀ ਸਖੀ ਨਾਲ ਗੱਲਬਾਤ ਦਾ ਜ਼ਿਕਰ ਕਰਦੇ ਨੇ ਤੇ ਵੇਖੋ ਪਰਮਾਤਮਾ ਬਾਰੇ ਜਦੋਂ ਦੋ ਆਤਮਾਵਾਂ ਗੱਲਾਂ ਕਰਦੀਆਂ ਨੇ, ਇੱਕ ਪੁੱਛਦੀ ਹੈ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਦੂਸਰੀ ਸਖੀ ਅੱਗੋਂ ਉੱਤਰ ਦਿੰਦੀ ਹੈ, ਨਿਸ਼ਾਨੀ ਦੱਸਦੀ ਹੈ ਕਿ ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਜਦੋਂ ਇੱਕ ਸਖੀ ਦੂਸਰੀ ਸਖੀ ਨੂੰ ਆਖਦੀ ਹੈ ਕਿ ਉਹ ਨੀਂਦ ਵੀ ਚੰਗੀ ਹੈ ਜਿਸ ਨੀਂਦ ਦੇ ਵਿੱਚ ਮੈਨੂੰ ਪਰਮਾਤਮਾ ਚੇਤੇ ਆਉਂਦਾ ਹੈ, ਸੁਨ ਸਖੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਪਿਰ ਮਿਲਿਆ। ਇੱਕ ਆਤਮਾ ਦੂਸਰੀ ਆਤਮਾ ਨਾਲ, ਇੱਕ ਸਖੀ ਦੂਸਰੀ ਸਖੀ ਨਾਲ ਗੱਲਬਾਤ ਕਰਦੀ ਹੈ ਪਰਮਾਤਮਾ ਬਾਰੇ। ਸਖੀਓ ਸਹੇਲੜੀਓ, ਹੇ ਮੇਰੀਓ ਆਤਮਕ ਪੱਖ ਦੇ ਵਿੱਚ ਵਿਚਰਨ ਵਾਲੀ ਜਗਿਆਸੂ ਜਨੋ, ਹੇ ਗੁਰਸਿੱਖ ਸਖੀ ਸਹੇਲਿਓ, ਮੇਰਾ ਜਿਹੜਾ ਪਿਰ ਹੈ, ਜਿਹੜਾ ਮੇਰਾ ਪਰਮਾਤਮਾ ਹੈ, ਉਹ ਬੜਾ ਰੰਗੀਲਾ ਹੈ, ਉਹ ਬੜਾ ਰਸੀਆ ਹੈ। ਉਹਦੇ ਬਾਰੇ ਜਦੋਂ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਜਦੋਂ ਉਹਦੀ ਪ੍ਰਾਪਤੀ ਹੋਵੇ ਤੇ ਮਨ ਦਾ ਚਾਅ ਵੀ ਇੱਕ ਸਖੀ ਦੂਸਰੀ ਸਖੀ ਨਾਲ ਸਾਂਝਾ ਕਰਦੀ ਹੈ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ
ਗ੍ਰਹਿ ਮੰਦਰ ਬਣਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਤੇ ਸ਼ੁਕਰਾਨੇ ਵਜੋਂ ਜਿਹੜਾ ਸ਼ਬਦ ਉਚਾਰਨ ਕੀਤਾ ਸੀ, ਸਤਿਗੁਰ ਸਾਚੈ ਦੀਆ ਭੇਜ, ਜਿਹਦੇ ਵਿੱਚ ਜ਼ਿਕਰ ਸੀ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਤੇ ਉੱਥੇ ਜਦੋਂ ਜੀਵਨ ਦੇ ਵਿੱਚ ਕੋਈ ਦੁੱਖ ਸੁੱਖ ਆਉਂਦਾ ਹੈ, ਕੋਈ ਖੁਸ਼ੀ ਗਮੀ ਆਉਂਦੀ ਹੈ, ਤੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ, ਕਿਉਂਕਿ ਖੁਸ਼ੀ ਵੇਲੇ ਲੋਕ ਵਾਜੇ ਵਜਾਉਂਦੇ ਨੇ, ਵਧਾਈਆਂ ਦਿੰਦੇ ਨੇ। ਜਦੋਂ ਦੁੱਖ ਆ ਜਾਵੇ ਤੇ ਫਿਰ ਵੇਖੋ ਕਿੰਨਾ ਕਲਪਣਾ ਪੈਂਦਾ। ਪਰ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ, ਗੁਰਬਾਣੀ ਸਖੀ ਆਨੰਦ ਗਾਵੇ। ਜਿਹੜੀ ਸਖੀ, ਜਿਹੜੀ ਸਹੇਲੀ, ਜਿਹੜਾ ਗੁਰਸਿੱਖ ਸਤ ਸੰਗ ਵਿੱਚ ਮਿਲ ਕੇ ਗੁਰਬਾਣੀ ਦਾ ਓਟ ਆਸਰਾ ਲੈਂਦਾ, ਉਹ ਆਤਮਾ, ਉਹ ਸਖੀ, ਉਹ ਭੈਣ ਸਾਚੇ ਸਾਹਿਬ ਕਹਿ ਮਨ ਭਾਵੈ। ਉਹ ਸੱਚੇ ਸਾਹਿਬ ਅਕਾਲ ਪੁਰਖ ਦੇ ਮਨ ਵਿੱਚ ਚੰਗੀ ਲੱਗਦੀ ਹੈ। ਤੇ ਜਦੋਂ ਜੀਵ ਨੱਚਦੇ ਟੱਪਦੇ ਨੇ, ਵਾਜੇ ਵਜਾਉਂਦੇ ਨੇ, ਕਈ ਤਰ੍ਹਾਂ ਦਾ ਦੁਨਿਆਵੀ ਗੀਤ ਸੰਗੀਤ ਦਾ ਆਸਰਾ ਲੈਂਦੇ ਨੇ, ਤੇ ਉਦੋਂ ਇਹ ਪ੍ਰਮਾਤਮਾ ਤੋਂ ਦੂਰ ਹੋ ਕੇ ਇਸ ਮਨੁੱਖਾ ਜੀਵਨ ਦੇ ਵਿੱਚ ਵੀ ਤੇ ਇਸ ਤੋਂ ਬਾਅਦ ਵੀ ਫਿਰ ਕਈ ਪ੍ਰਕਾਰ ਦੇ ਜਿਹੜੇ ਦੁੱਖ ਨੇ ਉਹ ਸਹਾਰਦੇ ਨੇ। ਇਸ ਲਈ ਗਰੀਬ ਨਵਾਜ ਜੀ ਨੇ ਪ੍ਰਾਣੀ ਮਾਤਰ ਨੂੰ ਉਪਦੇਸ਼ ਦਿੱਤਾ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦਾ ਜੋ ਸਿਧਾਂਤ ਹੈ ਗੁਰੂ ਕੀ ਬਾਣੀ ਵਿੱਚ, ਉਹਦੇ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ਾਂਤ। ਬਿਲਾਵਲ ਰਾਗ ਵਿੱਚ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਿਸ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਹਨ। ਤੇ ਸ਼ੰਤ ਸਰਲੇਖ ਜਿਵੇਂ ਅਸ਼ਟਪਦੀਆਂ, ਦੋ ਪਦੇ, ਤੇ ਤੁਕੀ, ਇਸੇ ਤਰ੍ਹਾਂ ਆਮ ਕਰਕੇ ਸ਼ੰਤ ਸਰਲੇਖ ਹੇਠ ਸ਼ਬਦ ਦੇ 4 ਪਦੇ ਹੁੰਦੇ ਨੇ, ਜਿਵੇਂ ਅਸ਼ਟਪਦੀ ਵਿੱਚ 8, ਪਰ ਸਤਿਗੁਰੂ ਜੀ ਨੇ ਅਸ਼ਟਪਦੀਆਂ ਵਿੱਚ ਵੀ 8 ਤੋਂ ਵੱਧ ਤੇ ਸ਼ੰਤ ਸਰਲੇਖ ਹੇਠ ਵੀ 4 ਤੋਂ ਕਈ ਵਾਰ ਜਿਹੜੀ ਗਿਣਤੀ ਹੈ ਉਹ ਪਦਿਆਂ ਦੀ ਵੱਧ ਬਣਦੀ ਹੈ। ਗਰੀਬ ਨਵਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਿਵੇਂ ਹਰ ਲਿਖਾਰੀ, ਹਰ ਕਵੀ ਆਪਣੇ ਇਸ਼ਟ ਦਾ ਮੰਗਲ ਕਰਦੇ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਦਾ ਜੋ ਇਸ਼ਟ ਹੈ ਉਹ ਅਕਾਲ ਪੁਰਖ ਹੈ। ਸਾਡਾ ਵਿਦਿਆ ਦਾਤਾ ਵੀ ਅਕਾਲ ਪੁਰਖ ਹੈ, ਸਾਡਾ ਇਸ਼ਟ ਦੇਵ ਵੀ ਅਕਾਲ ਪੁਰਖ ਹੈ। ਇਸ ਕਰਕੇ ਗੁਰਸਿੱਖ ਨੂੰ ਕਿਸੇ ਸਰਸਵਤੀ ਦਾ, ਕਿਸੇ ਹੋਰ ਵਿਦਿਆ ਦਾਤੀ ਦਾ ਮੰਗਲ ਕਰਨ ਦੀ ਲੋੜ ਨਹੀਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੀ ਵਿਦਿਆ ਤਤ ਆਦਿਕ ਦੀ ਜਿਹੜੀ ਬਖਸ਼ਿਸ਼ ਹੈ ਉਹ ਕਰਨ ਵਾਲਾ ਹੈ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦਾ ਹੀ ਮੰਗਲ ਕੀਤਾ ਹੈ ਕਿ ਉਹ ਇੱਕ ਹੈ, ਸਰਬ ਵਿਆਪਕ ਹੈ। ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਰਬ ਦਾ ਪ੍ਰਕਾਸ਼ਕ ਹੈ। ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੇ ਪ੍ਰਸਾਦ ਭਾਵ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵਹੇ। ਸਤਿਗੁਰੂ ਜੀ ਜਗਿਆਸੂ ਰੂਪ ਦੇ ਵਿੱਚ ਆਵਾਜ਼ ਮਾਰ ਰਹੇ ਨੇ ਉਹਨਾਂ ਆਤਮਾਵਾਂ ਨੂੰ, ਉਹਨਾਂ ਪ੍ਰਾਣੀ ਜਨਾਂ ਨੂੰ, ਉਹ ਜਿਹੜੇ ਜੀਵ ਨੇ, ਕਿ ਹੇ ਸਖੀ, ਹੇ ਜਗਿਆਸੂ ਰੂਪੀ ਸਹੇਲੀ, ਹੇ ਗੁਰਸਿੱਖੋ, ਆਓ ਮਿਲ ਬੈਠ ਕੇ ਸਤ ਸੰਗਤ ਦੇ ਵਿੱਚ ਅਸੀਂ ਸਾਰੇ ਉਸ ਪਰਮਾਤਮਾ ਦੇ ਖੁਸ਼ੀ ਦੇ, ਸਿਫਤ ਸਲਾਹ ਦੇ ਮੰਗਲਮਈ ਗੀਤ ਜਿਹੜੇ ਨੇ ਉਹ ਗਾਉਣਾ ਕਰੀਏ। ਤੇ ਵਸ ਆਓ ਦਾ ਅਰਥ ਹੈ ਉਹਦੇ ਵਸ ਵਿੱਚ ਰਹਿ ਕੇ, ਉਹਦੀ ਰਜ਼ਾ ਵਿੱਚ ਰਹਿ ਕੇ, ਉਹਦੇ ਹੁਕਮ ਵਿੱਚ ਚੱਲ ਕੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਸਮੇਂ ਹੀ ਸਤਿਗੁਰਾਂ ਨੇ ਸਮਝਾ ਦਿੱਤਾ ਹੈ, ਹੁਕਮ ਰਜਾਈ ਚੱਲਣਾ। ਹੁਕਮ ਦੇ ਵਿੱਚ ਚੱਲ ਕੇ ਹੀ ਅਸੀਂ ਉਸ ਪਰਮਾਤਮਾ ਦੇ ਜਦੋਂ ਸਿਫਤ ਸਲਾਹ ਦੇ ਗੀਤ ਗਾਵਾਂਗੇ ਉਹਦੀ ਸਾਨੂੰ ਪ੍ਰਾਪਤੀ ਹੋਵੇਗੀ। ਇਸ ਕਰਕੇ ਹੇ ਸਖੀਓ, ਹੇ ਸਹੇਲੀਓ, ਹੇ ਗੁਰਸਿੱਖੋ, ਹੇ ਪ੍ਰਾਣੀ ਮਾਤਰ ਜੀਵ ਜਗਿਆਸੂ ਜਨੋ, ਆਓ
ਮਿਲ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ, ਉਹਦੇ ਮੰਗਲਮਈ ਗੀਤ ਜਿਹੜੇ ਹਨ ਗਾਈਏ। ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਹਿ। ਇਹ ਸਖੀ ਤੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹੰਕਾਰ ਨੂੰ ਛੱਡ। ਫਿਰ ਕਿਹਾ ਆਪਣਾ ਹੰਕਾਰ ਤਿਆਗ, ਮਤਾਂ ਇਸ ਤਰੀਕੇ ਨਾਲ ਹੀ ਤੂੰ ਆਪਣੇ ਪ੍ਰੀਤਮ ਪ੍ਰਭੂ ਨੂੰ ਭਾ ਜਾਵੇਂ, ਉਹਦੇ ਦਰ ਤੇ ਤੂੰ ਪ੍ਰਵਾਨ ਹੋ ਜਾਵੇਂ, ਤੈਨੂੰ ਉਹਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਪਰਮਾਤਮਾ ਨੂੰ ਸਭ ਕੁਝ ਭਾਉਂਦਾ ਹੈ, ਪਰ ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇਂ। ਜੇ ਪਰਮਾਤਮਾ ਨੂੰ ਨਹੀਂ ਭਾਉਂਦਾ ਤੇ ਹੰਕਾਰ ਨਹੀਂ ਭਾਉਂਦਾ। ਇਸੇ ਲਈ ਭਗਤਾਂ ਨੇ ਵੀ ਇਹ ਤੱਤ ਸੰਸਾਰ ਦੇ ਸਾਹਮਣੇ ਰੱਖਿਆ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, क्योंकि तू करता तू हुआ, मुझ में रहा न हूँ। जब आपा पर का मिट गया, जत देखो ता तू। साडे ते परमात्मा दे दरम्यान जिहड़ा पड़दा है, जिहड़ी कंध है, ਉਹਦੇ ਬਾਰੇ ਆਖਿਆ ਗਿਆ ਕਿ ਭੰਬੀਰੀ ਦੇ ਜਿਹੜੇ ਖੰਭ ਨੇ ਇਹਨਾਂ ਨਾਲੋਂ ਵੀ ਉਹ ਪਤਲਾ ਹੈ। ਆਮ ਕਰਕੇ ਕੰਧ 4 ਇੰਚ ਦੀ, 9 ਇੰਚ ਦੀ, 13 ਇੰਚ, 18 ਇੰਚ, 27 ਇੰਚ, 36 ਇੰਚ ਦੀ ਵੀ ਆਪਾਂ ਵੇਖੀ ਹੈ। ਪਰ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਹਉ ਭੀਤ ਭਇਓ ਹੈ ਬੀਚੋ। ਉਹ ਜਿਹੜੀ ਭੀਤ ਹੈ, ਜਿਹੜੀ ਕੰਧ ਹੈ, ਭੰਬੀਰੀ ਕੇ ਪਾਤ ਪਾਰ ਦੋ, ਭੰਬੀਰੀ ਦੇ ਖੰਭਾਂ ਵਰਗੀ, ਭਾਵ ਇੰਨੀ ਪਤਲੀ, ਇੰਨੀ ਬਰੀਕ ਹੈ। ਤੇ ਉਹਦੇ ਬਾਰੇ ਆਖਿਆ ਕਿ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਗੁਰ ਪੂਰੈ ਹਉਮੈ ਭੀਤ ਤੋਰੀ, ਜਾਂ ਨਾਨਕ ਮਿਲੈ ਬਨਵਾਰੀ। ਜਦੋਂ ਹੰਕਾਰ ਦੀ ਕੰਧ ਢਹਿ ਜਾਂਦੀ ਹੈ ਤੇ ਫਿਰ ਜੀਵ ਤੇ ਪ੍ਰਮਾਤਮਾ ਇੱਕਮਿਕ ਹੋ ਜਾਂਦੇ ਨੇ। ਇਸ ਕਰਕੇ ਇਹ ਸਖੀ, ਇਹ ਜਗਿਆਸੂ, ਤੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹੰਕਾਰ ਨੂੰ, ਮੈਂ ਮੇਰੀ ਨੂੰ ਛੱਡ। ਤਜ ਮਾਨ ਮੋਹ ਬਿਕਾਰ ਦੂਜਾ, ਸੇਵ ਏਕ ਨਿਰੰਜਨੋ। ਕੀ ਤਿਆਗਣਾ? ਤੂੰ ਆਪਣੀ ਜ਼ਿੰਦਗੀ ਵਿੱਚੋਂ ਹੰਕਾਰ ਛੱਡ, ਮੋਹ ਦੀ ਪਕੜ ਛੱਡ, ਵਿਕਾਰ ਛੱਡ। ਤੇ ਦੂਜਾ ਦਾ ਭਾਵ ਹੈ ਕਿ ਜਿਹੜਾ ਦੁਚਿੱਤਾਪਨ ਹੈ, ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦੀ ਪੂਜਾ ਦਾ ਖਿਆਲ, ਭਾਵ ਇਹ ਮੋਹ ਮਾਇਆ ਵਾਲਾ ਜਿਹੜਾ ਵਿਕਾਰ ਹੈ, ਇਹ ਛੱਡ, ਮੋਹ ਛੱਡ, ਹੰਕਾਰ ਛੱਡ। ਸੇਵ ਏਕ ਨਿਰੰਜਨੋ, ਤੇ ਕੇਵਲ ਇੱਕ ਨਿਰੰਜਨ ਜਿਹੜਾ ਨਿਰਲੇਪ ਪ੍ਰਭੂ ਹੈ, ਉਹਦੀ ਸ਼ਰਨ ਵਿੱਚ ਪੈ ਕੇ ਉਹਦੀ ਸੇਵਾ ਭਗਤੀ, ਉਹਦੀ ਬੰਦਗੀ ਕਰ। ਇੱਕ ਤੋਂ ਬਿਨਾਂ ਕਿਸੇ ਦੂਜੇ ਦੀ ਆਰਾਧਨਾ ਨਹੀਂ। ਇਹ ਆਪਣੀ ਜ਼ਿੰਦਗੀ ਦੇ ਵਿੱਚ ਤੂੰ ਧਾਰਨ ਕਰਕੇ ਤੇ ਵਿਸ਼ੇ ਵਿਕਾਰ, ਹੰਕਾਰ ਆਦਿਕ ਜਿਹੜਾ ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗ। ਲਗ ਚਾਰਣ ਸ਼ਰਨ ਦਇਆਲ ਪ੍ਰੀਤਮ, ਸਾਗਲ ਦੁਰਤ ਬੇਖੰਡਨੋ। ਉਹ ਪ੍ਰਭੂ ਜਿਹੜਾ ਸਾਰੇ ਪਾਪਾਂ ਦਾ ਖੰਡਨ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਤੂੰ ਉਹਦੀ ਚਰਨ ਸ਼ਰਨ ਨਾਲ ਜੁੜ। ਜਿਹੜਾ ਦਿਆਲੂ ਹੈ, ਜਿਹੜਾ ਪ੍ਰੀਤਮ ਹੈ, ਮਨ ਨੂੰ ਬੜਾ ਪਿਆਰਾ ਲੱਗਣ ਵਾਲਾ ਹੈ। ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਧਾਵਾ। ਪ੍ਰਭੂ ਦੇ ਸੇਵਕਾਂ ਦੇ ਵੀ ਸੇਵਕ ਬਣ ਕੇ ਰਹਿਣਾ। ਹੁਣ ਇੱਥੇ ਦੱਸਿਆ ਗਿਆ ਕਿ ਜਿਹੜੇ ਪ੍ਰਭੂ ਦੇ ਦਾਸ ਨੇ ਨਾ, ਹੇ ਜੀਵ ਆਤਮਾ, ਤੂੰ ਉਹਨਾਂ ਦੀ ਵੀ ਦਾਸੀ ਬਣ। ਭਾਵ ਕਿ ਜਿਹੜੇ ਪ੍ਰਭੂ ਦੇ ਸੇਵਕ ਬਣ ਗਏ ਨੇ, ਤੂੰ ਉਹਨਾਂ ਦਾ ਵੀ ਸੇਵਕ ਬਣ। ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਉਪਰਾਮਤਾ ਤਿਆਗ ਜਿਹੜੀ ਪ੍ਰਭੂ ਭਗਤੀ ਵਾਲੀ ਹੈ। ਵੇਖੋ, ਉਦਾਸੀ ਦੋ ਤਰ੍ਹਾਂ ਦੀ ਹੈ। ਸਭ ਕਹਿੰਦੇ ਘਰ ਤੋਂ ਉਦਾਸ ਹੋ ਕੇ ਜੰਗਲਾਂ ਵਿੱਚ ਜਾਣਾ, ਕਿਰਤ ਤੋਂ ਉਦਾਸ ਹੋਣਾ, ਧਨ ਤੋਂ ਉਦਾਸ ਹੋਣਾ, ਬੱਚੇ ਛੱਡ ਕੇ ਚਲੇ ਜਾਣਾ ਨਹੀਂ। ਤੂੰ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ? ਤੂੰ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ, ਉਸ ਪਾਸੇ ਤੋਂ ਉਪਰਾਮਤਾ ਧਾਰਨ ਕਰ ਲਈ ਹੈ। ਉਦਾਸੀ ਤਾਂ ਇਹ ਧਾਰਨ ਕਰਨੀ ਸੀ ਕਿ ਜ਼ਿੰਦਗੀ ਵਿੱਚੋਂ ਮੋਹ ਤੋਂ ਉਦਾਸ ਹੁੰਦਾ, ਜ਼ਿੰਦਗੀ ਵਿੱਚ ਪਕੜ ਜਿਹੜੀ ਸੀ ਉਹਨੂੰ ਤਿਆਗਦਾ। ਪਰ ਤੂੰ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੋਂ ਉਪਰਾਮਤਾ ਧਾਰਨ ਕਰ ਲਈ। ਇਹ ਉਦਾਸੀ ਛੱਡ, ਤਜ ਉਦਾਸੀ। ਇਹ ਉਪਰਾਮਤਾ ਨਾ ਧਾਰਨ ਕਰ ਵੀ ਤੂੰ ਹੋਰ ਕਰਮ ਕਰੀ ਜਾਵੇਂ, ਵਰਤ ਵੀ ਰੱਖੀ ਜਾਵੇਂ, ਸ਼ਰਾਧ ਵੀ ਕਰੀ ਜਾਵੇਂ ਤੇ ਅਕਾਲ ਪੁਰਖ ਦੀ ਪੂਜਾ ਵੱਲੋਂ ਉਪਰਾਮ ਹੋ ਜਾਵੇਂ। ਨਹੀਂ, ਇਹ ਉਪਰਾਮਤਾ ਤਿਆਗ। ਹੋਏ ਦਾਸ ਦਾਸੀ ਤਜ ਉਦਾਸੀ,
ਆ ਉਦਾਸੀ ਤਿਆਗ ਦੇ। ਇਹ ਉਪਰਾਮਤਾ ਚੰਗੀ ਨਹੀਂ, ਸਗੋਂ ਪ੍ਰਭੂ ਵਿੱਚ ਤੇ ਲੀਨ ਹੋ, ਪ੍ਰਭੂ ਵਿੱਚ ਤੇ ਸਗੋਂ ਖਚਿਤ ਹੋ, ਬਾਣੀ ਨਾਲ ਤੇ ਸਗੋਂ ਜੁੜ, ਗੁਰ ਸਿੱਖੀ ਸਿਧਾਂਤਾਂ ਨਾਲ ਤਾਂ ਸਗੋਂ ਆਪਣਾ ਮੇਲ ਰੱਖ। ਇੱਧਰੋਂ ਉਦਾਸ ਨਾ ਹੋ। ਉਦਾਸ ਹੋਣਾ, ਉਪਰਾਮਤਾ ਧਾਰਨ ਕਰਨੀ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਮਾੜੇ ਕਰਮ ਤਿਆਗ, ਮੋਹ ਤਿਆਗ, ਹੰਕਾਰ ਤਿਆਗ। ਤਜ ਦਾਸ ਦਾਸੀ ਹੋਏ, ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਧਾਵਾ। ਕਹਿੰਦੇ ਫਿਰ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਤੇਰੀ ਜ਼ਿੰਦਗੀ ਵਿੱਚੋਂ ਭਟਕਣਾ ਹੈ ਇਹ ਖਤਮ ਹੋ ਜਾਵੇ। ਜਗਿਆਸੂ ਰੂਪ ਇਹ ਸਤਿਗੁਰੂ ਜੀ ਦੱਸ ਰਹੇ ਨੇ, ਇਹ ਸਖੀ, ਹੈ ਪ੍ਰਭੂ ਦੇ ਸੇਵਕ ਜਨੋ, ਜਦੋਂ ਹੋਏ ਦਾਸ ਦਾਸੀ, ਜਦੋਂ ਪ੍ਰਭੂ ਦੇ ਦਾਸਾਂ ਦੇ ਵੀ ਦਾਸ ਬਣ ਜਾਈਏ ਜ਼ਿੰਦਗੀ ਵਿੱਚੋਂ, ਉਹ ਉਦਾਸੀ ਜਿਹੜੀ ਪ੍ਰਭੂ ਦੀ ਸਿਫਤ ਸਲਾਹ ਵਾਲੀ ਹੈ ਉਹ ਤਿਆਗ ਦਈਏ। ਸਗੋਂ ਪ੍ਰਭੂ ਦੀ ਸਿਫਤ ਸਲਾਹ ਧਾਰਨ ਕਰੀਏ। ਗੁਰੂ ਦੀ ਸਿੱਖਿਆ ਕਿ ਸਭ ਕਿਛ ਘਰ ਮੈਂ ਬਾਹਰ ਨਾਹੀ, ਸਗੋਂ ਉਹ ਉਦਾਸੀ ਛੱਡ ਕੇ ਘਰਾਂ ਨੂੰ ਪਰਤਾਓ, ਕਿਰਤ ਕਰੋ, ਬੱਚਿਆਂ ਦੀ ਪ੍ਰਤਪਾਲਨਾ ਕਰੋ, ਸੰਸਾਰੀ ਫਰਜ਼ ਨਿਭਾਓ। ਤਜ ਉਦਾਸੀ, ਆ ਉਦਾਸੀ ਛੱਡੋ। ਗੁਰੂ ਦੇ ਸਿਧਾਂਤ ਤੋਂ ਜਿਹੜਾ ਮੁਨਕਰ ਹੋ ਕੇ ਗ੍ਰਹਿ ਤਜ ਬਨਖੰਡ ਜਾਈਐ, ਚੁਨ ਖਾਈਐ ਕੰਦਾ, ਅਜੋਂ ਵਿਕਾਰ ਨਾ ਛੋਡੀ, ਪਾਪੀ ਮਨ ਮੰਦਾ। ਇਹ ਉਦਾਸੀ ਤਿਆਗੋ ਤੇ ਆਪਣੇ ਘਰ ਵਿੱਚ ਹੀ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਵਿੱਚ ਉਦਾਸ ਹੋਵੋ, ਮਨ ਵਿੱਚ ਉਪਰਾਮਤਾ ਰੱਖੋ। ਜਿਹੜੀ ਉਹ ਦੂਸਰੀ ਉਦਾਸੀ ਤੁਸੀਂ ਧਾਰਨ ਕਰ ਲਈ ਹੈ ਨਾ, ਉਹ ਉਦਾਸੀ ਛੱਡ ਦਿਓ। ਤਜ ਉਦਾਸੀ, ਪ੍ਰਭੂ ਦੇ ਸੇਵਕਾਂ ਦੇ ਸੇਵਕ ਬਣ ਕੇ ਹੋਏ ਦਾਸ ਦਾਸੀ, ਤਜ ਉਦਾਸੀ, ਬਹੁੜ ਵਿਧੀ ਨਾ ਧਾਵਾ। ਫਿਰ ਇਸ ਤਰ੍ਹਾਂ ਅਸੀਂ ਭਟਕਣਾ ਤੋਂ ਬਚ ਸਕਦੇ, ਜਿਹੜੀ ਵੱਖ-ਵੱਖ ਤਰੀਕਿਆਂ ਨਾਲ। ਜਦੋਂ ਸਮਝ ਆ ਜਾਵੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਆਹ ਜਿਹੜੀਆਂ ਵਿਧੀਆਂ ਨੇ, ਇਹ ਬਿਦ ਨੈ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨ। ਵਿਧੀ ਉਹ ਧਾਰਨ ਕਰਨੀ ਹੈ। ਇਹ ਬਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ। ਖੇਤਾਂ ਵਿੱਚ ਹਲ ਚਲਾਉਂਦਿਆਂ ਭਗਤ ਧੰਨਾ ਜੀ ਜਦੋਂ ਪਰਮੇਸ਼ਰ ਨਾਲ ਜੁੜ ਗਏ, ਕਹਿੰਦੇ ਆਹ ਵਿਧੀ ਧਾਰਨ ਕਰਨੀ। ਜਿਹੜੀਆਂ ਹੋਰ ਵਿਧੀਆਂ ਨੇ ਨਾ ਭਟਕਣਾ ਵਾਲੀਆਂ, ਬਹੁੜ ਵਿਧੀ ਨਾ ਧਾਵਾਂ, ਉਹ ਵਿਧੀਆਂ ਫਿਰ ਜ਼ਿੰਦਗੀ ਵਿੱਚੋਂ ਤੈਨੂੰ ਭਟਕਣਾ ਵਾਲੇ ਪਾਸੇ ਪ੍ਰੇਰਦੀਆਂ ਨੇ। ਤੇ ਉਹਨਾਂ ਵਿਧੀਆਂ ਨਾਲ, ਉਹਨਾਂ ਤਰੀਕਿਆਂ ਨਾਲ ਜਿਹੜੀ ਭਟਕਣਾ ਹੈ ਉਸ ਤੋਂ ਬਚ ਜਾਈਏ। ਜੇ ਕਿਤੇ ਆਹ ਗੁਣ ਜ਼ਿੰਦਗੀ ਵਿੱਚ ਧਾਰਨ ਕਰ ਲੈ ਜਾਣ। ਨਾਨਕ ਭਇੰ ਪੈ ਕਰਹੁ ਕਿਰਪਾ, ਤਾਮ ਮੰਗਲ ਗਾਵਾ। ਪੰਜਵੇਂ ਨਾਨਕ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਬੇਨਤੀ ਕਰ ਰਹੇ ਨੇ, ਭਾਵ ਨਾਨਕ ਭਇੰ ਪੈ, ਨਾਨਕ ਜੀ ਬੇਨਤੀ ਕਰਦੇ ਨੇ, ਕਰੋ ਕਿਰਪਾ, ਹੈ ਪ੍ਰਭੂ ਮੇਰੇ ਤੇ ਕਿਰਪਾ ਕਰੋ। ਹੇ ਸਤ ਸੰਗੀ ਸਹੇਲਿਓ ਸਖੀਓ, ਮੇਰੇ ਤੇ ਕਿਰਪਾ ਬਣਾਈ ਰੱਖੋ। ਤਾਮ ਮੰਗਲ ਗਾਵਾਂ, ਫਿਰ ਮੈਂ ਪ੍ਰਮਾਤਮਾ ਦੇ ਮੰਗਲ ਭਾਵ ਸਿਫਤ ਸਲਾਹ ਦੇ ਗੀਤ ਗਾ ਸਕਦਾ ਹਾਂ, ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਵੀ ਗੁਰ ਪ੍ਰਸਾਦ, ਤੇ ਜਿੱਥੇ ਸੰਪੂਰਨਤਾ ਹੁੰਦੀ ਹੈ ਉੱਥੇ ਵੀ ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੇ ਸਮੁੱਚੀ ਬਾਣੀ ਵਿੱਚ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਬਾਰ-ਬਾਰ ਉਸ ਗੁਰ ਪ੍ਰਸਾਦ ਦਾ, ਉਸ ਪਰਮੇਸ਼ਰ ਦੀ, ਸਤਿਗੁਰੂ ਦੀ ਕਿਰਪਾ ਦਾ ਜ਼ਿਕਰ ਕੀਤਾ ਹੈ। ਅੰਮ੍ਰਿਤ ਪ੍ਰੇ ਕਾ ਨਾਮ, ਮੈਂ ਅੰਧਲੇ ਟੋਹਨੀ। ਪਿਆਰੇ ਪ੍ਰਭੂ ਦਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਨਾ, ਉਹ ਮੇਰਾ ਐਵੇਂ ਆਸਰਾ ਹੈ ਜਿਵੇਂ ਇੱਕ ਅੰਧਲੇ ਮਨੁੱਖ ਵਾਸਤੇ ਡੰਗੋਰੀ, ਟੋਹਣੀ। ਭਾਵ ਹੇ ਪ੍ਰਭੂ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਅਸੀਂ ਅਗਿਆਨੀ ਜੀਵ, ਅਸੀਂ ਅੰਧਲੇਪਨ ਵਿੱਚ ਹੇ ਪ੍ਰਭੂ ਥਾਂ ਥਾਂ ਤੇ ਠੋਕਰਾਂ ਖਾ ਰਹੇ ਹਾਂ, ਭਟਕ ਰਹੇ ਹਾਂ। ਤੇ ਜੇ ਕਿਤੇ ਤੁਹਾਡਾ ਨਾਮ ਸਾਨੂੰ ਮਿਲ ਜਾਵੇ, ਉਹ ਮਾਨੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ, ਜਿਵੇਂ ਇੱਕ ਨੇਤਰਹੀਣ ਮਨੁੱਖ ਵਾਸਤੇ ਡੰਗੋਰੀ ਦਾ, ਟੋਹਣੀ ਦਾ ਭਾਵ ਸਹਾਰਾ ਹੋਵੇ। ਉਹ ਜੋ ਹੈ ਬਹੁ ਪ੍ਰਕਾਰ, ਸੁੰਦਰ ਮੋਹਨੀ। ਇਹ ਜਿਹੜੀ ਮਾਇਆ ਹੈ ਇਹ ਬੜੀ ਮੋਹਣੀ ਹੈ, ਮਨ ਨੂੰ ਮੋਹ ਲੈਣ ਵਾਲੀ ਹੈ, ਸੁੰਦਰ ਹੈ। ਤੇ ਕਈ ਪ੍ਰਕਾਰ, ਕਈ ਤਰੀਕਿਆਂ ਨਾਲ ਉਹ ਜੀਵ ਵੱਲ ਤੱਕਦੀ ਹੈ, ਭਾਵ ਜੀਵ ਨੂੰ ਤਾੜਨਾ ਕਰਦੀ ਹੈ। ਕਈ ਤਰੀਕਿਆਂ ਨਾਲ ਆਉਂਦੀ ਹੈ। ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ।
ਕਦੇ ਕਾਮ ਰੂਪ ਵਿੱਚ ਆ ਗਈ, ਕਦੇ ਕ੍ਰੋਧ ਰੂਪ ਵਿੱਚ ਆ ਗਈ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ। ਇਹ ਕਈ ਭੇਸ ਬਣਾ ਕੇ ਆਉਂਦੀ ਹੈ। ਇਹਦੇ ਬਾਰੇ ਕਿਹਾ ਗਿਆ, ਸਰਪਨੀ ਤੇ ਉੱਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲਿਆ। ਜਿਨੇ ਬ੍ਰਹਮਾ ਵੀ ਛੱਡ ਲਿਆ, ਵਿਸ਼ਨੂੰ ਵੀ ਛੱਡ ਲਿਆ, ਮਹਾਦਿਓ ਸ਼ਿਵ ਵੀ ਛੱਡ ਲਿਆ। ਇਹ ਬੜੀ ਬਲਵਾਨ ਹੈ। ਸਭ ਕਹਿ ਰਹੇ ਨੇ ਇਹ ਜੀਵਾਂ ਤੇ ਕਈ ਪ੍ਰਕਾਰ ਇਸ ਤਰ੍ਹਾਂ ਅਸਰ ਕਰਦੀ ਹੈ। ਮੋਹਨੀ ਮਹਾ ਬਚਿੱਤਰ ਚੰਚਲ, ਅਨਕ ਭਾਵ ਦਿਖਾਵੇ। ਇਹ ਮਨ ਨੂੰ ਮੋਹ ਲੈਣ ਵਾਲੀ ਮਾਇਆ ਬੜੀ ਬਚਿੱਤਰ ਹੈ, ਕਈ ਰੰਗਾਂ ਦੀ ਹੈ, ਬੜੀ ਚੰਚਲ ਹੈ ਤੇ ਅਨੇਕਾਂ ਤਰੀਕਿਆਂ ਦੇ ਹਾਵ ਭਾਵ ਜਿਹੜੇ ਆ ਉਹ ਜੀਵਾਂ ਨੂੰ ਦਿਖਾਉਂਦੀ ਹੈ। ਹੋਏ ਢੀਠ ਮੀਠੀ ਮਨ ਹੈ ਲਾਗੈ, ਨਾਮ ਲੈਣ ਨਾ ਆਵੇ। ਇਹ ਇੰਨੀ ਢੀਠ ਹੈ ਕਿ ਇਹਨੂੰ ਮਨੁੱਖ ਆਪਣੇ ਤੋਂ ਦੂਰ ਕਰਨ ਦਾ ਵੀ ਯਤਨ ਕਰੇ ਤੇ ਫਿਰ ਇਹ ਪਰਪੱਕ ਹੋ ਕੇ, ਢੀਠ ਹੋ ਕੇ ਜੀਵਨ ਵਿੱਚੋਂ ਦੂਰ ਨਹੀਂ ਹੁੰਦੀ। ਜੀਵਨ ਨੂੰ ਮਿੱਠੀ ਭਾਵ ਪਿਆਰੀ ਲੱਗਣ ਲੱਗ ਪੈਂਦੀ ਹੈ। ਹੋਏ ਢੀਠ ਮੀਠੀ ਮਨੈ ਲਾਗੈ, ਨਾਮ ਲੈਣ ਨਾ ਆਵੈ। ਫਿਰ ਮਜਾਲ ਹੈ ਕਿ ਜੀਵ ਪਰਮੇਸ਼ਰ ਦਾ ਨਾਮ ਲੈ ਲਵੇ, ਨਾਮ ਜਪ ਲਵੇ, ਇਹਨੂੰ ਫਿਰ ਨਾਮ ਜਪਣ ਵਾਲੇ ਪਾਸੇ ਨਹੀਂ ਤੁਰਨ ਦਿੰਦੀ। ਗ੍ਰਹਿ ਬਨੈ ਤੀਰੈ ਬਰਤ ਪੂਜਾ, ਬਾਟ ਘਾਟੈ ਜੋਹਨੀ। ਸਭ ਕਹਿੰਦੇ ਕਈ ਵਾਰ ਮਨੁੱਖ ਇਹਦੇ ਤੋਂ ਡਰਦਾ ਹੋਇਆ ਘਰ ਛੱਡ ਦਿੰਦਾ ਹੈ ਵੀ ਜੇ ਘਰ ਵਿੱਚ ਗ੍ਰਹਿ ਵਿੱਚ ਇਸ ਦਾ ਅਸਰ ਹੈ। ਗ੍ਰਹਿ ਬਨ ਜੰਗਲਾਂ ਵਿੱਚ ਵੀ ਤਾਂ ਇਹ ਮਾਇਆ ਨਾਲ ਹੀ ਜਾਂਦੀ ਹੈ। ਜੇ ਮਨੁੱਖ ਕਵੇ ਮੈਂ ਤੀਰਥਾਂ ਦੇ ਕੰਢਿਆਂ ਦੇ, ਨਦੀਆਂ ਦੇ ਕੰਢਿਆਂ ਤੇ ਬੈਠ ਜਾਵਾਂ, ਤੀਰਾ ਇਹ ਉੱਥੇ ਵੀ ਮੌਜੂਦ ਹੈ। ਜਿਹੜੇ ਵਰਤ ਰੱਖਣ ਵਾਲੇ, ਭੁੱਖੇ ਰਹਿਣ ਵਾਲੇ, ਉਹਨਾਂ ਤੇ ਵੀ ਅਸਰ ਕਰਦੀ ਹੈ। ਪੂਜਾ ਕਰਨ ਵਾਲਿਆਂ ਤੇ ਵੀ ਅਸਰ ਕਰਦੀ ਹੈ। ਬਾਟ ਜਿਹੜੇ ਰਸਤੇ ਵਿੱਚ ਨੇ, ਘਾਟ ਜਿਹੜੇ ਪਤਨਾਂ ਤੇ ਰਹਿੰਦੇ ਨੇ। ਗ੍ਰਹਿ ਬਨੈ ਤੀਰੈ ਬਰਤ ਪੂਜਾ, ਬਾਟ ਘਾਟੈ ਜੋਹਨੀ। ਹਰ ਥਾਂ ਤੇ ਤੱਕਦੀ ਹੈ, ਹਰ ਥਾਂ ਤੇ ਇਹ ਮਨੁੱਖ ਨੂੰ ਤਾੜਨਾ ਕਰ ਰਹੀ ਹੈ। ਭਾਵ ਇਹਦੇ ਤੋਂ ਬਚਣ ਵਾਸਤੇ ਟਿਕਾਣੇ ਬਦਲਣ ਦੀ ਲੋੜ ਨਹੀਂ ਵੀ ਬੰਦਾ ਘਰ ਛੱਡ ਕੇ ਜੰਗਲਾਂ ਵਿੱਚ ਚਲਿਆ ਜਾਵੇ। ਸਾਹਿਬ ਕਹਿਣ ਲੱਗੇ ਨਹੀਂ, ਇਹ ਤਾਂ ਉੱਥੇ ਵੀ ਨਾਲ ਜਾਵੇਗੀ, ਕਈ ਵਾਰ ਤਾਂ ਇੱਥੇ ਤੱਕ ਵੀ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਇਆ ਤਿਆਗ ਦਿੱਤੀ ਪਰ ਹੰਕਾਰੀ ਬਣ ਗਏ ਵੀ ਮੇਰੇ ਵਰਗਾ ਤਿਆਗੀ ਕੋਈ ਨਹੀਂ। ਇਹ ਹੰਕਾਰ ਵੀ ਤੇ ਮਾਇਆ ਹੀ ਆ। ਇਸ ਕਰਕੇ ਮਾਇਆ ਨਾਲ ਹੀ ਰਹਿੰਦੀ ਆ। ਮਾਇਆ ਕੇਵਲ ਕਰੰਸੀ ਨਹੀਂ। ਸਭ ਕਹਿੰਦੇ ਮਾਇਆ ਉਹ ਹਰ ਵਸਤੂ, ਉਹ ਹਰ ਤਰੀਕਾ ਜਿਹਦੇ ਨਾਲ ਅਸੀਂ ਪਰਮਾਤਮਾ ਤੋਂ ਦੂਰ ਹੋ ਕੇ ਜਦੋਂ ਦੂਜੇ ਭਾਵ ਵਿੱਚ ਜੁੜ ਜਾਂਦੇ ਹਾਂ। ਤੇ ਜਿਹੜਾ ਮਨੁੱਖ ਪਰਮਾਤਮਾ ਨਾਲ ਜੁੜ ਜਾਂਦਾ ਉਹਨਾਂ ਬਾਰੇ ਕਿਹਾ ਗਿਆ ਕਿ ਮਾਇਆ ਆਖਦੀ ਹੈ, ਸਗਲਿਆਂ ਕੀ ਹੋਂ ਬਹਿਨ ਭਾਨ ਜੀ, ਜਿਨੈ ਬਰੀ ਤਿਨ ਚੇਰੀ। ਲੋਕਾਂ ਦੀ ਮੈਂ ਸਕੀ ਭੈਣ ਤੇ ਭਣੇਵੀਂ ਆ, ਤੇ ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਦੀ ਮੈਂ ਘਰ ਵਾਲੀ ਬਣ ਗਈ ਆ। ਭਾਵ ਉਹ ਮੇਰੇ ਮਾਲਕ ਬਣ ਗਏ ਨੇ। ਬਸ ਫਰਕ ਇੰਨਾ ਕਰ ਕਿ ਰੱਬ ਤੋਂ ਟੁੱਟੇ ਹੋਇਆਂ ਦੀ ਮਾਇਆ ਭੈਣ ਤੇ ਭਣੇਵੀਂ ਆ, ਪਰ ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਦੇ ਅਨੁਸਾਰੀ ਹੋ ਗਈ। ਉਹਨਾਂ ਨੇ ਕਿਰਤ ਕਰਦਿਆਂ ਕਰਤੇ ਨੂੰ ਪਾ ਲਿਆ। ਉਹਨਾਂ ਦਾ ਧੰਦਾ ਹੀ ਧਰਮ ਬਣ ਗਿਆ। ਕਿਉਂਕਿ ਉਹ ਜਦੋਂ ਪਰਮੇਸ਼ਰ ਨਾਲ ਜੁੜ ਜਾਂਦੇ ਆ ਤੇ ਪਰਮੇਸ਼ਰ ਮਾਇਆ ਦਾ ਮਾਲਕ ਹੈ ਤੇ ਪਰਮੇਸ਼ਰ ਨਾਲ ਜੁੜਿਆਂ ਇਹ ਅਨੁਸਾਰੀ ਹੋ ਜਾਂਦੀ ਹੈ। ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਇਸ ਲਈ ਸਾਹਿਬ ਕਹਿ ਰਹੇ ਨੇ ਕਿ ਇਹ ਹਰ ਥਾਂ ਤੇ ਮਨੁੱਖ ਉੱਪਰ ਆਪਣਾ ਹਮਲਾ ਕਰ ਰਹੀ ਹੈ। ਇਹਦੇ ਤੋਂ ਬਚਣ ਲਈ ਨਾਮ ਬਦਲਣ ਦੀ, ਥਾਂ ਬਦਲਣ ਦੀ ਲੋੜ ਨਹੀਂ। ਵੇਖੋ ਮਾਧੋ ਦਾਸ ਨੇ ਕਿੰਨੇ ਨਾਂ ਬਦਲੇ ਤੇ ਕਿੰਨੇ ਥਾਂ ਬਦਲੇ, ਪਰ ਜਦੋਂ ਸੱਚੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਤੇ ਫਿਰ ਨਾਂ ਥਾਂ ਬਦਲਣ ਦੀ ਲੋੜ ਨਹੀਂ ਪਈ। ਗੁਰੂ ਦਾ ਬੰਦਾ ਬਣ ਕੇ ਦੱਸ ਦਿੱਤਾ ਵੀ ਅੱਜ ਤੋਂ ਬਾਅਦ ਟਿਕਾਣੇ ਬਦਲਣ ਦੀ ਲੋੜ ਨਹੀਂ, ਨਾਂ ਬਦਲਣ ਦੀ ਲੋੜ ਨਹੀਂ, ਸਗੋਂ ਆਪਣੇ ਅੰਦਰ ਦੀ ਬਿਰਤੀ ਨੂੰ ਤਬਦੀਲ ਕਰਨ ਦੀ ਲੋੜ ਹੈ। ਕਿਉਂਕਿ ਅਸੀਂ ਕਹਿ ਰਹੇ ਹਾਂ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਤੇ ਬਦਲਣਾ ਤੇ ਇਹ ਸੀ ਵੀ ਸਭ ਕੁਝ ਪਰਾਇਆ ਹੈ, ਪਰਮੇਸ਼ਰ ਆਪਣਾ ਹੈ। ਉਹ ਭਾਵੇਂ ਘਰ ਵਿੱਚ ਰਹੀਏ ਤੇ ਭਾਵੇਂ ਕਿਤੇ ਹੋਈਏ, ਜਦੋਂ ਇਹ ਬਿਰਤੀ ਜੀਵਨ ਵਿੱਚ ਬਣ ਜਾਵੇਗੀ ਕਿ ਪਰਮੇਸ਼ਰ ਆਪਣਾ ਹੈ, ਬਾਕੀ ਸਭ ਕੁਝ ਪਰਾਇਆ ਹੈ,
ਬਸ ਇਹ ਬਿਰਤੀ ਨੂੰ ਉਲਟਾਉਣਾ ਹੀ ਧਰਮ ਹੈ। ਅਸੀਂ ਕਹਿੰਦੇ ਆ ਸਰੀਰ ਮੇਰਾ, ਘਰ ਮੇਰਾ, ਬੱਚੇ ਮੇਰੇ, ਪੈਸੇ ਮੇਰੇ, ਜ਼ਮੀਨ ਜਾਇਦਾਦ ਮੇਰੀ, ਤੇ ਪ੍ਰਮਾਤਮਾ ਨੂੰ ਪਰਾਇਆ ਸਮਝੀ ਬੈਠੇ ਆ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ ਨਹੀਂ, ਸਗੋਂ ਇਹ ਕਹਿਣਾ ਵੀ ਸਭ ਕੁਝ ਪਰਾਇਆ ਹੋ ਜਾਣਾ, ਬਸ ਇੱਕੋ ਹੀ ਆਪਣਾ ਹੈ, ਉਹ ਹੈ ਪਰਮੇਸ਼ਰ। ਜਿੱਥੇ ਸਾਰਿਆਂ ਨੇ ਸਾਥ ਛੱਡ ਜਾਣਾ ਹੈ, ਉਦੋਂ ਉਹਨੇ ਹੀ ਸਾਥ ਨਿਭਾਉਣਾ, ਉਹੀ ਆਪਣਾ ਹੈ, ਉਹਦੇ ਤੋਂ ਬਿਨਾ ਕੋਈ ਆਪਣਾ ਨਹੀਂ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਟਿਕਾਣੇ ਜਿੰਨੇ ਮਰਜ਼ੀ ਬਦਲ ਲਓ, ਘਰ ਛੱਡ ਕੇ ਬਨ ਜੰਗਲਾਂ ਵਿੱਚ ਚਲੇ ਜਾਓ, ਨਦੀਆਂ ਦੇ ਕੰਢੇ, ਤੀਰਥਾਂ ਦੇ ਕਿਨਾਰੇ, ਵਰਤ ਪੂਜਾ, ਕਈ ਕਰਮ ਕਾਂਡ, ਰਸਤੇ ਵਿੱਚ ਪਤਨਾ ਤੇ ਜਾ ਕੇ ਬੈਠ ਜਾਓ, ਇਸ ਤੋਂ ਨਹੀਂ ਬਚਿਆ ਜਾ ਸਕਦਾ। ਭਾਵ ਜਿਵੇਂ ਕਾਮ ਪਿੰਡਾਂ ਵਿੱਚ ਗੱਲ ਵੀ ਪ੍ਰਚਲਿਤ ਹੈ ਵੀ ਕਿਸੇ ਨੂੰ ਪਿੰਡ ਵਿੱਚ ਕਿਸੇ ਨੇ ਮੂਰਖ ਕਹਿ ਦਿੱਤਾ ਤੇ ਉਹ ਘਰ ਛੱਡ ਕੇ, ਪਿੰਡ ਛੱਡ ਕੇ ਭੱਜ ਗਿਆ। ਜਾ ਰਿਹਾ ਸੀ, ਰਸਤੇ ਵਿੱਚ ਇੱਕ ਟਰੱਕ ਨੂੰ ਹੱਥ ਦਿੱਤਾ, ਉੱਥੇ ਬੈਠ ਗਿਆ। 50-60 ਕਿਲੋਮੀਟਰ ਗਏ ਤੇ ਟਰੱਕ ਦਾ ਟਾਇਰ ਪੈਂਚਰ ਹੋ ਗਿਆ। ਡਰਾਈਵਰ ਕਹਿਣ ਲੱਗਾ ਵੀ ਚੱਲ ਤੂੰ ਸਾਡੀ ਮਦਦ ਹੀ ਕਰਾ ਦੇ। ਉਹ ਜਦੋਂ ਜੈਕ ਲਾਉਣ ਲੱਗਾ, ਉਹਨੂੰ ਜੈਕ ਲਾਉਣਾ ਨਾ ਆਵੇ, ਤੇ ਡਰਾਈਵਰ ਕਹਿਣ ਲੱਗਾ ਮੂਰਖਾ, ਜੈਕ ਇੱਦਾਂ ਨਹੀਂ, ਇੱਦਾਂ ਲਾਈਦਾ। ਉਹ ਕਹਿੰਦਾ ਵੀ ਜੈਕ ਤੇ ਮੈਂ ਬਾਅਦ ਚ ਲਾਵਾਂਗਾ, ਪਹਿਲਾਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਦੱਸਿਆ ਮੈਂ ਮੂਰਖ ਹਾਂ। ਕਹਿਣ ਲੱਗੇ ਵੀ ਤੇਰੇ ਕੰਮ ਦੱਸਦੇ ਨੇ ਮੂਰਖ। ਕਹਿੰਦਾ ਫਿਰ ਲੱਖ ਲਾਹਨਤ ਹੈ ਮੇਰਾ ਘਰ ਛੱਡਣ ਤੇ ਪਿੰਡ ਛੱਡਣ ਦੀ, ਵੀ ਜੇ ਏਡੀ ਦੂਰੀ ਤੇ ਆ ਕੇ ਮੈਂ ਮੂਰਖ ਹੀ ਖਵਾਉਣਾ, ਮੂਰਖ ਹੀ ਰਹਿਣਾ, ਤੇ ਘਰ ਹੀ ਠੀਕ ਸੀ। ਜੇ ਘਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਵੀ ਮੋਹ ਮਾਇਆ ਵਿੱਚ ਹੀ ਖਚਤ ਰਹਿਣਾ ਹੈ। ਘਰ ਵਿੱਚ ਤੇ ਇੱਕ ਘਰ ਨਾਲ ਪਿਆਰ ਸੀ, ਉੱਥੇ ਜਾ ਕੇ ਆਸ਼ਰਮ ਨਾਲ ਪਿਆਰ ਬਣ ਗਿਆ। ਘਰ ਵਿੱਚ ਕੇਵਲ ਬੱਚਿਆਂ ਤੱਕ ਸੀਮਤ ਸੀ, ਉੱਥੇ ਜਾ ਕੇ ਚੇਲੇ ਚਾਟੜਿਆਂ ਨਾਲ ਮੋਹ ਪੈ ਗਿਆ। ਸਾਹਿਬ ਕਹਿਣ ਲੱਗੇ ਫਿਰ ਟਿਕਾਣੇ ਬਦਲਣਾ ਗੱਲ ਤੇ ਨਹੀਂ ਨਾ ਬਣੀ, ਬਸ ਤੂੰ ਅੰਦਰ ਦੀ ਬਿਰਤੀ ਬਦਲ ਲੈ, ਅੰਦਰਲੀ ਮੂਰਖਤਾਈ, ਅੰਦਰ ਦੀ ਢੀਠਤਾ, ਇਹ ਬਦਲ ਤੇ ਫਿਰ ਜਿੱਥੇ ਵੀ ਰਹੇਗਾ, ਜੈਂ ਜਾਈਏ ਤਹਾਂ ਸੁਹੇਲੇ, ਫਿਰ ਤੈਨੂੰ ਹਰ ਥਾਂ ਤੇ ਸੁੱਖ ਮਿਲੇਗਾ। ਨਾਨਕ ਭਇੰ ਪੈ ਦਇਆ ਧਾਰੂ, ਮੈਂ ਨਾਮ ਅੰਦੁਲੇ ਟੋਹਨੀ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਦੂਸਰੇ ਪਦੇ ਦੀ ਸੰਪੂਰਨਤਾ ਕਰਨ ਸਮੇਂ ਨਾਨਕ ਜੀ ਬੇਨਤੀ ਕਰਦੇ ਨੇ। ਪਯੰਪੇ ਦਾ ਅਰਥ ਹੈ ਬੇਨਤੀ, ਕਿ ਹੇ ਪ੍ਰਭੂ ਮੇਰੇ ਤੇ ਦਇਆ ਧਾਰੋ, ਮੇਰੇ ਤੇ ਕਿਰਪਾ ਕਰੋ। ਮੈਂ ਜੀਵ ਵਾਸਤੇ ਤੁਹਾਡਾ ਨਾਮ ਇਵੇਂ ਹੀ ਆਸਰਾ ਹੈ ਜਿਵੇਂ ਇੱਕ ਅੰਧਲੇ ਮਨੁੱਖ ਵਾਸਤੇ ਟੋਹਣੀ ਭਾਵ ਡੰਗੋਰੀ ਦਾ ਆਸਰਾ ਹੋਵੇ। ਮੋਹਿ ਅਨਾਥ ਪ੍ਰੇਨਾਥ, ਜਿਉ ਜਾਨੋ ਤਿਉ ਰੱਖੋ। ਹੇ ਪ੍ਰਭੂ ਅਸੀਂ ਅਨਾਥ ਹਾਂ ਤੇ ਤੁਸੀਂ ਸਾਡੇ ਖਸਮ, ਨਾਥ ਭਾਵ ਮਾਲਕ ਹੋ, ਬੜੇ ਪਿਆਰੇ ਮਾਲਕ ਹੋ, ਤੇ ਜਿਵੇਂ ਤੁਹਾਨੂੰ ਭਾਉਂਦਾ ਉਵੇਂ ਤੁਸੀਂ ਸਾਨੂੰ ਰੱਖੋ, ਭਾਵ ਬਚਾ ਲਵੋ। ਚਤੁਰਾਈ ਮੋਹਿ ਨਾਹੀ, ਰਿਜਾਵੋ ਕਹਿ ਮੁਖੋ। ਸਾਡੇ ਵਿੱਚ ਉਹ ਚਤੁਰਾਈ ਸਿਆਣਪ ਨਹੀਂ ਹੈ ਜਿਹਦੇ ਨਾਲ ਅਸੀਂ ਤੁਹਾਨੂੰ ਰਝਾ ਸਕੀਏ। ਮੁਖੋਂ ਕਿਹੜੇ ਬਚਨ ਕਹੀਏ ਜਿਹਦੇ ਨਾਲ ਤੁਸੀਂ ਰੀਝੋ, ਭਾਵ ਸਾਡੇ ਤੇ ਪ੍ਰਸੰਨ ਹੋਵੋ। ਕਿਉਂਕਿ ਸਹਿਸ ਸਿਆਣਪਾਂ ਲੱਖੋ ਹੈ, ਤਾਂ ਇੱਕ ਨਾ ਚੱਲੇ ਨਾਲ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਇਹ ਚੰਗਿਆਈਆਂ, ਇਹ ਚਤੁਰਾਈਆਂ ਤੈਨੂੰ ਰਝਾ ਨਹੀਂ ਸਕਦੀਆਂ, ਭਾਵ ਸਾਡੀਆਂ ਸਿਆਣਪਾਂ ਨਾਲ ਤੂੰ ਵਸ ਨਹੀਂ ਆ ਸਕਦਾ। ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ। ਕੋਈ ਬੰਦਾ ਕਵੇ ਮੈਂ ਆਪਣੀ ਸਿਆਣਪ ਨਾਲ, ਮੈਂ ਆਪਣੀ ਚਤੁਰਾਈ ਨਾਲ ਵਸ ਕਰ ਲਵਾਂ, ਨਹੀਂ। ਹੇ ਪ੍ਰਭੂ ਅਸੀਂ ਕਿਹੜੇ ਬੋਲ ਆਪਣੇ ਮੁਖ ਤੋਂ ਬੋਲੀਏ ਕਿ ਤੁਸੀਂ ਸਾਡੇ ਤੇ ਰੀਝ ਪਵੋ। ਨਹਿ ਚਤੁਰ ਸੁਗਰ ਸੁਜਾਨ ਬੇਤੀ, ਮੋਹਿ ਨਿਰਗੁਣ ਗੁਣ ਨਹੀਂ। ਅਸੀਂ ਨਾ ਚਤੁਰ ਹਾਂ, ਨਾ ਸੋਹਣੀ ਘਾੜਤ ਵਾਲੇ ਹਾਂ, ਨਾ ਸੁਜਾਨ ਭਾਵ ਦੂਰ ਅੰਦੇਸੀ, ਨਾ ਅਸੀਂ ਬੇਤੀ ਦਾ ਅਰਥ ਹੈ ਕੁਝ ਜਾਣਨ ਵਾਲੇ ਹਾਂ। ਅਸੀਂ ਨਿਰਗੁਣ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ। ਹੇ ਪ੍ਰਭੂ ਅਸੀਂ ਕਿਵੇਂ ਫਿਰ ਤੇਰੀ ਪ੍ਰਾਪਤੀ ਕਰੀਏ। ਨਹਿ ਰੂਪ ਧੂਪ ਨਾ ਨੈਣ ਬੰਕੇ, ਜਹ ਪਾਵੈ ਤਹ ਰਖ ਤੁਹੀ। ਨਾ ਸਾਡਾ ਸੁੰਦਰ ਰੂਪ ਹੈ, ਨਾ ਸਾਡੇ ਬੰਕੇ ਨੈਣ ਨੇ, ਨਾ ਸਾਡੇ ਜੀਵਨ ਵਿੱਚ ਕੋਈ ਸੁਗੰਧੀ ਹੈ। ਜਿਵੇਂ ਤੁਹਾਨੂੰ ਭਾਉਂਦਾ, ਜਿੱਥੇ ਤੁਹਾਨੂੰ ਭਾਉਂਦਾ ਤੁਸੀਂ ਉਵੇਂ ਸਾਨੂੰ ਰੱਖੋ, ਭਾਵ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਸਾਨੂੰ ਇਸ ਮੋਹ ਮਾਇਆ ਤੋਂ ਬਚਾ ਲਵੋ। ਅਸੀਂ ਆਪਣੀਆਂ ਚਤੁਰਾਈਆਂ ਨਾਲ, ਆਪਣੀ ਸੁੰਦਰਤਾ ਨਾਲ ਤੁਹਾਨੂੰ ਵਸ ਵਿੱਚ ਨਹੀਂ ਕਰ ਸਕਦੇ, ਕਿਉਂਕਿ
ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮੀਠੇ ਬਹਿਣਾ। ਨਾ ਸਾਡੀ ਕੋਈ ਉਹ ਕੁੱਲ, ਨਾ ਸਾਡੇ ਮਿੱਠੇ ਬੋਲ, ਨਾ ਸਾਡੇ ਬੰਕੇ ਨੈਣ, ਨਾ ਸੁੰਦਰ ਰੂਪ। ਤੇ ਤੁਸੀਂ ਕਿਹੜੇ ਗੁਣ ਕਰਕੇ ਸਾਡੇ ਤੇ ਰੀਝੋਗੇ? ਕਿਉਂਕਿ ਆਹ ਦੁਨਿਆਵੀ ਸੁੰਦਰ ਰੂਪ ਤੇ ਤੁਹਾਨੂੰ ਰੁਝਾ ਨਹੀਂ ਸਕਦਾ। ਇਹ ਤੁਸੀਂ ਇੱਕ ਕਿਣਕਾ ਮਾਤਰ ਜੀਵ ਨੂੰ ਦਿੱਤਾ ਤੇ ਤੁਸੀਂ ਆਪ ਸਾਰੇ ਰੂਪ ਦੇ ਮਾਲਕ ਹੋ ਕੇ ਸੁੰਦਰ ਸਰੂਪ ਹੋ। ਪ੍ਰਭੂ ਬਾਰੇ ਆਖਿਆ ਕਿ ਹੁਸਨਲ ਚਿਰਾਗ, ਉਹ ਹੁਸਨ ਦਾ ਚਿਰਾਗ ਹੈ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਸਾਵਲ ਸੁੰਦਰ ਰਾਹ ਮਈਆ। ਸਾਡੀ ਸੁੰਦਰਤਾ ਤੈਨੂੰ ਕਿਵੇਂ ਰਝਾਵੇਗੀ, ਕਿਉਂਕਿ ਤੂੰ ਤੇ ਸੁੰਦਰਤਾ ਦਾ ਮੁਜੱਸਮ ਹੈ। ਹੇ ਪ੍ਰਭੂ, ਅਸੀਂ ਕਿਸੇ ਤਰੀਕੇ ਨਾਲ ਵੀ ਤੁਹਾਡੇ ਤੇ ਆਪਣਾ ਕੋਈ ਪ੍ਰਭਾਵ ਨਹੀਂ ਪਾ ਸਕਦੇ। ਜੈ ਜੈ ਜੰਪੈ ਸਗਲ ਜਾ ਕਉ, ਕਰੁਣਾ ਪਤ ਗਤ ਕਿਨ ਲਖੋ। ਸਾਰੇ ਜੀਵ ਤੁਹਾਡੀ ਜੈ ਜੈਕਾਰ ਕਰਦੇ ਨੇ, ਜਪਦੇ ਨੇ, ਸਿਫਤ ਸਲਾਹ ਕਰਦੇ ਨੇ। ਹੇ ਕਰੁਣਾ ਪਤ, ਹੇ ਸਾਡੇ ਤੇ ਤਰਸ ਕਰਨ ਵਾਲੇ ਦਇਆ ਦੇ ਮਾਲਕ ਪ੍ਰਭੂ ਜੀਓ, ਅਸੀਂ ਤੁਹਾਡੀ ਜਿਹੜੀ ਉੱਚੀ ਗਤ ਹੈ, ਉੱਚੀ ਅਵਸਥਾ ਹੈ, ਉਹਨੂੰ ਕਿਵੇਂ ਜਾਣਾਂਗੇ? ਕਿਉਂਕਿ ਹਰ ਕੀ ਗਤ ਨੇ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਗ ਸਿਆਣੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਸ਼ਤਾਬਦੀ ਦੇ ਰੂਪ ਵਿੱਚ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ। ਕਿੰਨਾ ਚੰਗਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਆਏ ਸਿਧਾਂਤ ਨੂੰ ਆਪਾਂ ਸਮਝ ਲਈਏ ਵੀ ਜੇ ਕੋਈ ਸ਼ਰਨ ਵਿੱਚ ਆਉਂਦਾ ਮਜਲੂਮ ਬਣ ਕੇ ਤੇ ਉਹਦੇ ਲਈ ਸਿਰ ਵੀ ਦੇਣਾ ਪੈਂਦਾ। ਤੇ ਸਾਹਿਬ ਕਹਿੰਦੇ ਵੀ ਸਿਰ ਦੇ ਦਿਓ। ਪਰ ਜਿੱਥੇ ਗੱਲ ਸਿਧਾਂਤ ਦੀ ਸੀ, ਉਹ ਕਹਿ ਰਹੇ ਸਨ ਘਰ ਛੱਡ ਕੇ ਜੰਗਲਾਂ ਵਿੱਚ ਜਾਓ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਡੰਕੇ ਦੀ ਚੋਟ ਤੇ ਆਖਿਆ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਵਾਈ। ਉਹ ਕਹਿੰਦੇ ਸੀ ਜੋਗ ਕਰੋ, ਸਾਹਿਬ ਕਹਿੰਦੇ ਨਹੀਂ, ਜਾਕੋ ਜੋਗੀ ਖੋਜ ਤੁਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ, ਕਿ ਹਰ ਕੀ ਗਤ ਨੇ ਕੋਊ ਜਾਣੈ। ਉਹ ਹਰੀ ਏਡਾ ਵੱਡਾ, ਉਹਦੀ ਗਤ, ਉਹਦੀ ਆਤਮਿਕ ਅਵਸਥਾ ਕੋਈ ਨਹੀਂ ਜਾਣਦਾ। ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਗ ਸਿਆਣੇ। ਅਖੌਤੀ ਜਤੀ ਜਿਹੜੇ ਸਨ, ਅਖੌਤੀ ਜੋਗੀ ਸਨ, ਜਿਹੜੇ ਬੜੇ ਬੜੇ ਸਿਆਣੇ ਸਨ, ਉਹ ਥੱਕ ਕੇ ਹਾਰ ਗਏ। ਤੇ ਫਿਰ ਉਹਦੀ ਗਤ ਕੌਣ ਜਾਣਦਾ? ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛੋ, ਸਾਹਿਬ ਕਹਿੰਦੇ ਨੇ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮੈਂ ਤੇ ਤੇਰਾ ਸੇਵਕ ਨਾਨਕ ਦਾਸ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਤੁਸੀਂ ਆਪਣੀ ਗਤ ਮਿਤ ਆਪ ਹੀ ਜਾਣਦੇ ਹੋ, ਤੁਹਾਡੀ ਗਤ ਮਿਤ ਕੋਈ ਨਹੀਂ ਜਾਣਦਾ। ਕਿਉਂਕਿ ਤੁਸੀਂ ਕਿਸ ਤਰ੍ਹਾਂ ਦੇ ਹੋ, ਤੁਸੀਂ ਆਪਣੀ ਉਪਮਾ ਆਪ ਹੀ ਹੋ, ਤੁਹਾਡੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ, ਤੁਸੀਂ ਇੱਕੋ ਤੇ ਬਿਲਕੁਲ ਆਪਣੇ ਵਰਗੇ ਆਪ ਹੀ ਹੋ। ਨਾਨਕ ਪਇਮ ਪੈ ਸੇਵ ਸੇਵਕ, ਜਿਉ ਜਾਨੋ ਤਿਉ ਮੋਹਿ ਰਖੋ। ਸਤਿਗੁਰੂ ਜੀ ਤੀਸਰੇ ਪਦੇ ਦੀ ਸੰਪੂਰਨਤਾ ਕਰ ਰਹੇ ਨੇ। ਨਾਨਕ ਪਇਮ ਪੈ ਭਾਵ ਨਾਨਕ ਜੀ ਬੇਨਤੀ ਕਰਦੇ ਨੇ ਕਿ ਹੇ ਪ੍ਰਭੂ, ਕਿਰਪਾ ਕਰ ਆਪਣੇ ਸੇਵਕ ਨੂੰ ਆਪਣੀ ਸੇਵਾ ਭਗਤੀ ਦੀ ਦਾਤ ਦੇ। ਤੇ ਫਿਰ ਇੰਨੀ ਨਿਮਰਤਾ ਹੋਵੇ ਜੀਵਨ ਵਿੱਚ ਕਿ ਆਪਣੀਆਂ ਕੋਈ ਚਤਰਾਈਆਂ ਸਿਆਣਪਾਂ ਨਹੀਂ, ਜਿਉਂ ਜਾਨੋ ਤਿਉਂ ਮੋਹੇ ਰੱਖੋ। ਜਿਵੇਂ ਤੁਸੀਂ ਚਾਹੋ ਉਵੇਂ ਮੈਨੂੰ ਰੱਖੋ, ਭਾਵ ਬਚਾ ਲਵੋ। ਮੈਂ ਆਪਣੇ ਤਰੀਕੇ ਨਾਲ ਨਹੀਂ, ਸਗੋਂ ਮੈਂ ਕੇਵਲ ਆਪਣੀ ਗੱਲ ਨਹੀਂ ਕਰਦਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਬਰੈ ਤਿੱਤੈ ਲਿਓ ਉਬਾਰ। ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਤਰੀਕੇ ਨਾਲ ਜਗਤ ਬਚੇ, ਜਿਸ ਢੰਗ ਨਾਲ ਇਹ ਜਗਤ ਦੇ ਜੀਵ ਬਚਦੇ ਨੇ ਬਚਾ ਲੈਣੇ ਚਾਹੀਦੇ ਨੇ ਮਾਲਕ ਜੀ। ਇਵੇਂ ਮੈਨੂੰ ਵੀ ਬਚਾ ਲਵੋ, ਮੈਨੂੰ ਵੀ ਰੱਖ ਲਵੋ, ਜਿਵੇਂ ਤੁਹਾਨੂੰ ਭਾਉਂਦਾ। ਜਿਹੜੇ ਤਰੀਕੇ ਨਾਲ ਤੁਸੀਂ ਬਚਾਉਣਾ, ਮੇਰਾ ਇੱਥੇ ਕੋਈ ਦਾਵਾ ਨਹੀਂ ਹੈ। ਮੋਹਿ ਮਛਲੀ ਤੁਮ ਨੀਰ, ਤੁਝ ਬਿਨ ਕਿਉ ਸਰੈ। ਮੈਂ ਤਾਂ ਮਛਲੀ ਹਾਂ ਤੇ ਤੁਸੀਂ ਇਵੇਂ ਹੋ ਜਿਵੇਂ ਮਛਲੀ ਲਈ ਪਾਣੀ। ਹੁਣ ਮੱਛੀ ਨੂੰ ਕੋਈ ਕਵੇ ਵੀ ਤੁਹਾਨੂੰ ਪਾਣੀ ਚੋਂ ਬਾਹਰ ਕੱਢ ਕੇ ਸੰਗਮਰਮਰ ਦੇ ਸੋਹਣੇ ਮਹੱਲ ਬਣਾ ਦਈਏ, ਸੋਹਣੀਆਂ ਲੇਪ ਤਲਾਈਆਂ, ਸੋਹਣੀ ਸੇਜਾ, ਸੋਹਣੇ ਬੈੱਡ, ਵਧੀਆ ਤੋਂ ਵਧੀਆ ਕੀਮਤੀ ਮੰਜੇ ਬਿਸਤਰੇ ਹੋਣ, ਮੱਛੀ ਕਵੇਗੀ ਵੀ ਇਹ ਨਹੀਂ ਮੈਨੂੰ ਸਭ ਕੁਝ ਚਾਹੀਦਾ, ਮੈਨੂੰ ਤੇ ਪਾਣੀ ਚਾਹੀਦਾ, ਮੈਂ ਤੇ ਮਰ ਜਾਵਾਂਗੀ।
ਕਿਉਂਕਿ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਬਿਸਰੈ ਪਾਣੀ। हे ਪ੍ਰਭੂ, ਅਸੀਂ ਜੀਵ ਮੱਛੀ ਦੀ ਤਰ੍ਹਾਂ ਹੈ, ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੈ। हे ਪ੍ਰਭੂ, ਤੁਹਾਡੇ ਤੋਂ ਬਿਨਾਂ ਸਾਡਾ ਕਿਵੇਂ ਸਰੇ, ਭਾਵ ਨਹੀਂ ਸਰ ਸਕਦਾ, ਅਸੀਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੇ। ਮੋਹੇ ਮਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰੈ। ਜਿਵੇਂ ਮੱਛੀ ਦਾ ਪਾਣੀ ਤੋਂ ਬਿਨਾਂ ਨਹੀਂ ਸਰਦਾ, ਇਵੇਂ ਅਸੀਂ ਜੀਵ ਰੂਪੀ ਮਛਲੀਆਂ ਦਾ ਤੁਹਾਡੀ ਕਿਰਪਾ ਰੂਪੀ ਨਾਮ ਰੂਪੀ ਜਿਹੜਾ ਜਲ ਹੈ, ਇਹਦੇ ਤੋਂ ਬਿਨਾਂ ਕਿਵੇਂ ਬਚਾਅ ਹੋ ਸਕਦਾ ਹੈ। ਮੋਹਿ ਚਾਤ੍ਰਿਕ ਤੁਮ ਬੂੰਦ, ਤ੍ਰਿਪਤਉ ਮੁਖ ਪਰੈ। ਅਸੀਂ ਚਾਤ੍ਰਿਕ ਬਬੀਏ ਹਾਂ ਤੇ ਤੁਸੀਂ, ਤੁਹਾਡਾ ਨਾਮ ਜਿਹੜਾ ਹੈ ਉਹ ਇੱਕ ਜਲ ਦੀ ਬੂੰਦ ਦੀ ਤਰ੍ਹਾਂ, ਵਰਖਾ ਦੀ ਬੂੰਦ। ਤੇ ਜਿਵੇਂ ਵਰਖਾ ਦੀ ਬੂੰਦ ਬਬੀਏ ਦੇ ਮੁਖ ਵਿੱਚ ਪੈਂਦੀ ਤੇ ਉਹ ਤ੍ਰਿਪਤ ਹੁੰਦਾ ਹੈ, ਤ੍ਰਿਪਤੋ ਮੁਖ ਪਰੈ। ਇਸੇ ਤਰ੍ਹਾਂ ਜਦੋਂ ਸਾਡੇ ਜੀਵਨ ਵਿੱਚ ਇੱਕ ਬਬੀਏ ਦੀ ਤਰ੍ਹਾਂ ਤੁਹਾਡਾ ਨਾਮ ਰੂਪੀ ਜਲ ਦੀ ਬੂੰਦ ਪੈਂਦੀ ਹੈ ਤੇ ਅਸੀਂ ਵੀ ਉਦੋਂ ਤ੍ਰਿਪਤ ਹੁੰਦੇ ਹਾਂ। ਸਾਡੀ ਜ਼ਿੰਦਗੀ ਵਿੱਚ ਵੀ ਉਦੋਂ ਤ੍ਰਿਸ਼ਨਾ ਮਿਟਦੀ ਹੈ। ਮੁਖ ਪਰੈ ਹਰੈ ਪਿਆਸ ਮੇਰੀ, ਜੀਅ ਹੀਆ ਪ੍ਰਾਨ ਪਤੇ। ਜਿਵੇਂ ਬਬੀਏ ਦੇ ਮੁਖ ਵਿੱਚ ਬੂੰਦ ਪਈ ਤੇ ਉਹਦੀ ਪਿਆਸ ਖਤਮ ਹੋ ਗਈ, ਕਿਉਂਕਿ ਬਬੀਆ ਪਾਣੀ ਦੀ ਖੋਜ ਵਿੱਚ ਵੇਖੋ ਜੰਗਲਾਂ ਬੇਲਿਆਂ ਦੇ ਉੱਪਰੋਂ ਦੀ ਉੱਡਦਾ, ਵੱਡੇ ਵੱਡੇ ਪਰਬਤਾਂ ਤੋਂ ਲੰਘਦਾ, ਠਾਠਾਂ ਮਾਰਦੇ ਸਮੁੰਦਰ, ਨਦੀਆਂ, ਨਾਲੇ, ਵਾਹੜਿਆਂ ਤੋਂ ਗੁਜ਼ਰਦਾ। ਪਰ ਮਜਾਲ ਹੈ ਕਿ ਸਵਾਂਤੀ ਬੂੰਦ ਤੋਂ ਬਿਨਾਂ ਉਹਦੀ ਪਿਆਸ ਮਿਟੇ। ਇਸੇ ਤਰ੍ਹਾਂ ਲੱਖਾਂ ਹਜ਼ਾਰਾਂ ਥਾਂ ਟਿਕਾਣੇ ਹੋਣ, ਪਰਮੇਸ਼ਰ ਦੀ ਸਿਫਤ ਸਲਾਹ ਰੂਪੀ ਬੂੰਦ ਸਾਡੇ ਮੁਖ ਵਿੱਚ ਪਵੇਗੀ ਤੇ ਫਿਰ ਗੱਲ ਬਣਨੀ ਹੈ। ਏਕ ਬੂੰਦ ਜਲ ਕਾਰਣੈ ਚਾਤ੍ਰਿਕ ਦੁੱਖ ਪਾਵੈ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨ ਆਵੈ। ਜਿਉਂਦਿਆਂ ਜੀ ਮਿਲੇ, ਜਿਵੇਂ ਮਰਨ ਤੋਂ ਬਾਅਦ ਬਬੀਏ ਦੇ ਅੱਗੇ ਸਮੁੰਦਰ ਵੀ ਪਾਣੀ ਦਾ ਰੱਖ ਦਿਓ ਤੇ ਉਹਦੇ ਕਿਸ ਕੰਮ ਹੈ ਪ੍ਰਭੂ। ਲੋਕ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਗੱਲ ਕਰਦੇ ਨਹੀਂ, ਜੀਵਨ ਮੁਕਤ। ਇਸੇ ਮਨੁੱਖਾ ਜੀਵਨ ਦੇ ਵਿੱਚ ਹੀ ਆਪਣੀ ਬਖਸ਼ਿਸ਼ ਕਰ, ਤਾਂ ਕਿ ਸਾਡੀ ਬਬੀਹੇ ਦੀ ਤਰ੍ਹਾਂ ਪਿਆਸ ਮਿਟ ਸਕੇ। ਲਾਡਲੇ ਲਾਡ ਲਡਾਏ ਸਭ ਮਹਿ, ਮਿਲ ਹਮਾਰੀ ਹੋਏ ਗਤੇ। हे ਪ੍ਰਭੂ, ਤੁਸੀਂ ਸਾਰੇ ਜਗਤ ਦੇ ਜੀਵਾਂ ਵਿੱਚ ਕਈ ਤਰ੍ਹਾਂ ਦੇ ਜੀਵਾਂ ਨੂੰ ਲਾਡ ਲਡਾਉਂਦੇ ਹੋਏ, ਕਈ ਤਰ੍ਹਾਂ ਦੇ ਕੌਤਕ ਕਰਦੇ ਹੋਏ ਇਸ ਜਗਤ ਦੇ ਵਿੱਚ ਮਾਨੋ ਮੌਜੂਦ ਹੋ ਤੇ ਤੁਸੀਂ ਸਾਨੂੰ ਮਿਲੋ, ਤਾਂ ਕਿ ਸਾਡੀ ਗਤੇ ਭਾਵ ਸਾਡੀ ਉੱਚੀ ਆਤਮਿਕ ਅਵਸਥਾ ਬਣ ਸਕੇ। ਤੁਹਾਡੇ ਮਿਲਾਪ ਨਾਲ ਹੀ ਸਾਡੀ ਉੱਚੀ ਅਵਸਥਾ ਜਿਹੜੀ ਹੈ ਉਹ ਕਾਇਮ ਰਹਿ ਸਕਦੀ ਹੈ। ਚੀਤ ਚਿਤਵ ਮਿਟ ਅੰਧਾਰੇ, ਜਿਉ ਆਸ ਚੱਕਵੀ ਦਿਨ ਚਰੈ। ਅਸੀਂ ਚਿੱਤ ਦੇ ਵਿੱਚ ਐਵੇਂ ਚਿਤਵਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚੋਂ ਅਗਿਆਨਤਾ ਦਾ ਹਨੇਰਾ, ਅਵਿਦਿਆ ਦੀ ਰਾਤ ਖਤਮ ਹੋਵੇ। ਜਿਵੇਂ ਇੱਕ ਚੱਕਵੇ ਨੂੰ ਮਿਲਣ ਵਾਸਤੇ ਉਡੀਕਦੀ ਰਹਿੰਦੀ ਹੈ ਵੀ ਰਾਤ ਖਤਮ ਹੋਵੇ, ਸੂਰਜ ਚੜ੍ਹੇ, ਕਿਉਂਕਿ ਸੂਰਜ ਚੜ੍ਹਨ ਦੇ ਨਾਲ ਚੱਕਵੀ ਤੇ ਚੱਕਵੇ ਦਾ ਮਿਲਾਪ ਹੁੰਦਾ ਹੈ। ਇੱਕ ਮਿਥਿਹਾਸਕ ਗਾਥਾ ਵੀ ਹੈ ਕਿ ਜਦੋਂ ਸ਼੍ਰੀ ਰਾਮ ਚੰਦਰ ਜੀ ਦਾ ਸੀਤਾ ਤੋਂ ਵਿਛੋੜਾ ਪਿਆ ਤੇ ਉਹ ਲੋਕਾਂ ਨੂੰ ਪੁੱਛਦੇ ਸਨ, ਪੰਛੀਆਂ ਨੂੰ ਪੁੱਛਦੇ ਸਨ, ਦਰਖਤਾਂ ਨੂੰ ਪੁੱਛਦੇ ਸਨ। ਕਿਸੇ ਕਵੀ ਨੇ ਲਿਖਿਆ, ਰਾਮ ਕੂੰਜ ਵਾਂਗ ਕੁਰਲਾਮਦਾਈ, ਕੂੰਜ ਦੀ ਤਰ੍ਹਾਂ ਕਰਲਾਉਂਦੇ ਸਨ। ਇਸੇ ਕਰਕੇ ਕਿਹਾ ਜਿਹੜਾ ਸਰਬ ਵਿਆਪੀ ਰਾਮ ਹੈ ਉਹ ਰੋਂਦਾ ਨਹੀਂ, ਕਰਲਾਉਂਦਾ ਨਹੀਂ, ਉਹ ਬੇਪਰਵਾਹ ਹੈ, ਉਹਨੂੰ ਕਦੇ ਵਿਛੋੜਾ ਵੀ ਨਹੀਂ ਪੈਂਦਾ। ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਇਹ ਬਚਨ ਅੰਕਿਤ ਕੀਤੇ ਨੇ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਕਹਿੰਦੇ ਜਦੋਂ ਚੱਕਵੀ ਤੇ ਚੱਕਵਾ ਕਲੋਲ ਕਰ ਰਹੇ ਸਨ ਤੇ ਰਾਮ ਚੰਦਰ ਜੀ ਨੇ ਖਿੱਚ ਕੇ ਉਹਨਾਂ ਨੂੰ ਸਰਾਪ ਦੇ ਦਿੱਤਾ, ਉਹਨਾਂ ਦਾ ਰਾਤ ਦਾ ਵਿਛੋੜਾ ਪੈ ਗਿਆ। ਤੇ ਸਤਿਗੁਰੂ ਜੀ ਨੇ ਸਿਧਾਂਤ ਦਿੱਤਾ, ਜਦੋਂ ਮਿੱਥੀ ਹੋਈ ਗੱਲ ਲੈ ਕੇ ਸਿੱਖਿਆ ਦਿੱਤੀ, ਉਦੋਂ ਕਿਹਾ ਵੀ ਵੇਖੋ ਰਾਮ ਚੰਦਰ ਜੀ ਦੇ ਸਰਾਪ ਨਾਲ ਚੱਕਵੀ ਤੇ ਚੱਕਵਾ ਰਾਤ ਵਿਛੜਦੇ ਨੇ, ਦਿਨੇ ਮਿਲਦੇ ਨੇ। ਪਰ ਜਿਹੜੇ ਬੰਦੇ ਨਾ ਦਿਨੇ ਰੱਬ ਨੂੰ ਯਾਦ ਕਰਦੇ ਨੇ, ਨਾ ਰਾਤ ਯਾਦ ਕਰਦੇ ਨੇ, ਉਹਨਾਂ ਨੂੰ ਕਿੱਡਾ ਵੱਡਾ ਸਰਾਪ ਮਿਲਿਆ ਹੋਵੇਗਾ। ਜਿਹੜੇ ਨਾ ਦਿਨੇ ਗੁਰੂ ਦੇ ਨੇੜੇ, ਨਾ ਰਾਤ ਗੁਰੂ ਦੇ ਨੇੜੇ, ਕਿੱਡੇ ਵੱਡੇ ਉਹ ਸਰਾਫੇ ਹੋਏ ਹੋਣਗੇ। ਚੱਕਵੀ ਤੇ ਚੱਕਵਾ ਜਿਹੜੇ ਨੇ, ਉਹਨਾਂ ਦਾ ਅੱਧਾ ਜੀਵਨ ਵਿਛੋੜੇ ਦਾ, ਅੱਧਾ ਮਿਲਾਪ ਦਾ। ਕਬੀਰ ਚੱਕਈ ਜਿਉ ਨਿਸ ਬੀਸ਼ਰੈ, ਆਏ ਮਿਲੈ ਪ੍ਰਭਾਤ। ਜੋ ਜਨ ਵਿਛਰੇ ਰਾਮ ਤੇ, ਨਾ ਦਿਨ ਮਿਲੇ ਨਾ ਰਾਤ। ਜਿਹੜੇ ਨਾ ਰਾਤ ਰੱਬ ਨੂੰ ਮਿਲਦੇ, ਨਾ ਦਿਨੇ ਰੱਬ ਨੂੰ ਮਿਲਦੇ, ਕਿੱਡੇ ਵੱਡੇ ਸਰਾਫੇ ਹੋਣਗੇ। ਦੂਸਰਾ ਪੱਖ ਕਿਹਾ, ਕਹਿਣ ਲੱਗੇ
ਚੱਕਵੀ ਤੇ ਚੱਕਵੇ ਨੂੰ ਪਕੜ ਕੇ ਕਿਸੇ ਪਿੰਜਰੇ ਵਿੱਚ ਪਾ ਦਿਓ ਤੇ ਰਾਮਚੰਦਰ ਦਾ ਸਰਾਫ ਵੀ ਨਹੀਂ ਅਸਰ ਕਰੇਗਾ। ਜੇ ਗੁਰੂ ਦੀ ਰਹਿਤ ਮਰਿਆਦਾ ਦੇ ਪਿੰਜਰੇ ਵਿੱਚ ਪੈ ਜਾਓਗੇ, ਰੱਬ ਦੇ ਹੁਕਮ ਰੂਪੀ ਪਿੰਜਰੇ ਵਿੱਚ ਪੈ ਜਾਓਗੇ, ਕੋਈ ਵਾਰ ਸਰਾਪ ਤੁਹਾਡੇ ਤੇ ਅਸਰ ਨਹੀਂ ਕਰੇਗਾ। ਜੇ ਕਿਸੇ ਸਰਾਪ ਤੋਂ ਡਰ ਆਉਂਦਾ ਹੈ ਤੇ ਆਪਣੇ ਆਪ ਨੂੰ ਰੱਬੀ ਹੁਕਮ ਰੂਪੀ ਪਿੰਜਰੇ ਵਿੱਚ ਪਾ ਕੇ ਰੱਖੋ, ਗੁਰੂ ਦੀ ਰਹਿਤ ਮਰਿਆਦਾ ਰੂਪੀ ਪਿੰਜਰੇ ਵਿੱਚ ਰੱਖੋ। ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਉਹਨਾਂ ਨੂੰ ਤੁਸੀਂ ਰੱਖ ਦਿਓ ਤੇ ਕੋਈ ਸਰਾਪ ਉਹਨਾਂ ਤੇ ਅਸਰ ਨਹੀਂ ਕਰੇਗਾ, ਕੋਈ ਸਰਾਪ ਉਹਨਾਂ ਨੂੰ ਵਿਛੋੜ ਨਹੀਂ ਸਕੇਗਾ। ਇਸ ਕਰਕੇ ਉਦਾਹਰਨ ਦਿੱਤੀ ਸਾਹਿਬ ਨੇ, ਕਹਿਣ ਲੱਗੇ ਜਿਵੇਂ ਚੱਕਵੀ ਸੂਰਜ ਚੜ੍ਹਨ ਨੂੰ ਉਡੀਕਦੀ ਹੈ ਕਿ ਸੂਰਜ ਚੜ੍ਹੇ, ਅੰਧੇਰਾ ਮਿਟੇ ਤੇ ਮੈਂ ਆਪਣੇ ਪਿਆਰੇ ਨੂੰ ਮਿਲਾਂ, ਬਿਲਕੁਲ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ। ਜਿਵੇਂ ਚੱਕਵੀ ਸੂਰਜ ਨੂੰ ਉਡੀਕਦੀ ਰਹਿੰਦੀ ਹੈ, ਤੂੰ ਰੱਬ ਨੂੰ ਉਡੀਕ, ਤੇਰੀ ਜ਼ਿੰਦਗੀ ਵਿੱਚੋਂ ਹਨੇਰਾ ਤਾਂ ਦੂਰ ਹੋਣਾ। ਨਾਨਕ ਭਇੰ ਪੈ ਪ੍ਰੇ ਸੰਗ ਮੇਲੀ, ਮਛਲੀ ਨੀਰ ਨਾ ਵਿਸਰੈ। ਚੌਥੇ ਪਦੇ ਦੀ ਸੰਪੂਰਨਤਾ ਕਰ ਰਹੇ ਨੇ ਸਾਹਿਬ ਜੀ, ਕਿਰਪਾ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰਦੇ ਨੇ, ਪ੍ਰਭੂ ਨੇ ਜਦੋਂ ਆਪਣੇ ਨਾਲ ਸਾਨੂੰ ਮੇਲ ਲਿਆ ਤੇ ਫਿਰ ਸੱਚਮੁੱਚ ਇਵੇਂ ਜਿਵੇਂ ਮਛਲੀ ਪਾਣੀ ਤੋਂ ਨਹੀਂ ਵਿਛੜਦੀ ਤੇ ਉਹਨੂੰ ਜੀਵਨ ਮਿਲਦਾ ਹੈ, ਪ੍ਰਭੂ ਇਸੇ ਤਰ੍ਹਾਂ ਸਾਨੂੰ ਜੀਵਾਂ ਨੂੰ ਤੁਸੀਂ ਆਪਣੇ ਨਾਲ ਮੇਲ ਕੇ ਰੱਖੋ। ਜਿਵੇਂ ਮਛਲੀ ਕਦੇ ਨਹੀਂ ਚਾਹੁੰਦੀ ਵੀ ਮੈਂ ਪਾਣੀ ਤੋਂ ਵਿਛੜਾਂ, ਅਸੀਂ ਵੀ ਨਹੀਂ ਚਾਹੁੰਦੇ, ਕਿਉਂਕਿ ਸਾਡਾ ਜੀਵਨ ਮਛਲੀ ਦੀ ਤਰ੍ਹਾਂ ਤੇ ਤੁਸੀਂ ਜਲ ਦੀ ਤਰ੍ਹਾਂ ਹੋ, ਤੁਹਾਡੇ ਤੋਂ ਬਿਨਾਂ ਸਾਡਾ ਗੁਜ਼ਾਰਾ ਕਿਵੇਂ ਹੋ ਸਕਦਾ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਸਭ ਕਹਿੰਦੇ ਮੇਰੇ ਹੁਣ ਭਾਗ ਸਲਾਉਣ ਯੋਗ ਹੋ ਗਏ ਨੇ। ਧੰਨ ਧੰਨ, ਚੰਗੇ ਭਾਗ ਬਣ ਗਏ, ਵੱਡੇ ਭਾਗ ਬਣ ਗਏ, ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰਾ ਪੇਰ, ਮੇਰਾ ਪਤੀ, ਮੇਰਾ ਖਸਮ ਮਾਲਕ ਆ ਗਿਆ। ਸੋਹੇ ਬੰਕ ਦੁਆਰ, ਸਗਲਾ ਬਨ ਹਰਾ। ਹੁਣ ਮੇਰੇ ਇਸ ਸਰੀਰ ਰੂਪੀ ਘਰ ਦੇ ਸਾਰੇ ਜਿਹੜੇ ਦੁਆਰ ਨੇ ਨਾ, ਜਿਹੜੇ ਗਿਆਨ ਇੰਦਰੀ ਨੇ ਜਾਂ 9 ਦਰਵਾਜ਼ੇ ਨੇ, ਇਹ ਹੁਣ ਸ਼ੋਭਨੀਕ ਬਣ ਗਏ ਨੇ ਤੇ ਸਾਰਾ ਹਿਰਦਾ ਰੂਪੀ ਜਿਹੜੀ ਜੂਹ ਹੈ, ਬਨ ਹੈ, ਉਹ ਹਰਿਆ ਭਰਿਆ ਹੋ ਗਿਆ। ਇਹਦੇ ਅੰਦਰੋਂ ਵੀਰਾਨਾਪਨ, ਇਹਦੇ ਅੰਦਰੋਂ ਸੱਚਮੁੱਚ ਪੱਤਝੜ ਖਤਮ ਹੋ ਗਈ ਆ। ਪ੍ਰਮਾਤਮਾ ਦੇ ਅੰਦਰ ਪ੍ਰਗਟ ਹੋਣ ਦੀ ਦੇਰ ਸੀ। ਹੁਣ ਕਹਿੰਦੇ ਹਰਿਆਵਲ ਹੀ ਹਰਿਆਵਲ, ਤਨ ਮਨ ਥੀਵੈ ਹਰਿਆ। ਹੁਣ ਅੰਦਰ ਹਰਾ ਭਰਾ ਹੋ ਗਿਆ। ਹਰ ਹਰਾ ਸੁਆਮੀ ਸੁਖੈ ਗਾਮੀ, ਆਨੰਦ ਮੰਗਲ ਰਸ ਕਣਾ। ਉਹ ਪ੍ਰਭੂ ਜਿਹੜਾ ਆਪ ਹਰਾ ਭਰਾ ਆਨੰਦ ਦਾ ਸੋਮਾ ਹੈ, ਜਿਹੜਾ ਸੁੱਖਾਂ ਤੱਕ ਸਾਨੂੰ ਪਹੁੰਚਾਉਣ ਵਾਲਾ ਹੈ, ਉਹਨੂੰ ਮਿਲ ਕੇ ਸਾਡੀ ਜ਼ਿੰਦਗੀ ਵਿੱਚ ਘਣਾ ਰਸ ਤੇ ਆਨੰਦ ਮੰਗਲ ਖੁਸ਼ੀਆਂ ਖੇੜੇ ਆ ਜਾਂਦੇ ਹਨ। ਨਾਵਲ ਨਵ ਤਨ ਨਾਹੁ ਬਾਲਾ, ਕਵਨ ਰਸਨਾ ਗੁਣ ਪਣਾ। ਉਹ ਪ੍ਰਭੂ ਕੰਤ ਸਦਾ ਨਵਾਂ ਹੈ, ਨਰੋਆ ਹੈ। ਉਹ ਸਾਡਾ ਖਸਮ ਮਾਲਕ ਸਦਾ ਕਾਇਮ ਦੈਮ ਰਹਿਣ ਵਾਲਾ ਹੈ, ਸਦਾ ਜਵਾਨੀ ਵਾਲਾ ਹੈ। ਉਹਦੇ ਇਸ ਪਿਆਰ ਵਿੱਚ ਕਦੇ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਹੇ ਭਾਈ, ਮੈਂ ਰਸਨਾ ਨਾਲ ਉਸ ਪਰਮਾਤਮਾ ਦਾ ਕਿਹੜਾ ਗੁਣ ਉਚਾਰਨ ਕਰਾਂ, ਕਿਉਂਕਿ ਉਹ ਤਾਂ ਸਦਾ ਨਵਾਂ ਨਰੋਆ ਹੈ, ਸਦਾ ਭਾਵ ਨੌਜਵਾਨ ਅਵਸਥਾ ਵਾਲਾ ਹੈ। ਉਹ ਕਦੇ ਕਮਜ਼ੋਰ ਅਵਸਥਾ ਵਾਲਾ ਨਹੀਂ, ਸਦਾ ਉਹ ਬਲ ਵਾਲਾ ਹੈ, ਸੁੰਦਰ ਹੈ। ਮੇਰੀ ਸੇਜ ਸੋਹੀ ਦੇਖ ਮੋਹੀ, ਸਗਲ ਸਹਸਾ ਦੁਖ ਹਰਾ। ਪਰਮਾਤਮਾ ਦੇ ਹਿਰਦੇ ਰੂਪੀ ਸੇਜ ਤੇ ਪ੍ਰਗਟ ਹੋਣ ਦੀ ਦੇਰ ਸੀ। ਮੇਰੀ ਸੇਜ ਸੁਹਾਵਣੀ ਬਣ ਗਈ। ਮੈਂ ਪਰਮਾਤਮਾ ਨੂੰ ਦੇਖ ਕੇ ਮੋਹੀ ਗਈ, ਭਾਵ ਆਕਰਸ਼ਿਤ ਹੋਈ। ਸਗਲ ਸਹਿਸਾ ਦੁਖ ਹਰਾ, ਹੁਣ ਸਾਰੇ ਸਹਿਮ ਤੇ ਜਿਹੜਾ ਦੁੱਖ ਸੀ ਮੇਰਾ ਦੂਰ ਹੋ ਗਿਆ। ਨਾਨਕ ਭਇੰ ਪੈ ਮੇਰੀ ਆਸ ਪੂਰੀ, ਮਿਲੇ ਸੁਆਮੀ ਅਪਰੰਪਰਾ। ਸਤਿਗੁਰੂ ਜੀ 5ਵੇਂ ਪਦੇ ਦੀ ਸੰਪੂਰਨਤਾ ਕਰ ਰਹੇ ਨੇ ਕਿ ਇਹ ਨਾਨਕ ਭਾਵ ਨਾਨਕ ਜੀ ਬੇਨਤੀ ਕਰਦੇ ਨੇ ਕਿ ਮੇਰੀ ਆਸਾ ਜਿਹੜੀ ਹੈ ਉਹ ਪੂਰੀ ਹੋ ਗਈ, ਕਿਉਂਕਿ ਮੈਨੂੰ ਅਪਰ ਅਪਾਰ ਬੇਅੰਤ ਗੁਣਾਂ ਦਾ ਮਾਲਕ ਜਿਹੜਾ ਪ੍ਰਭੂ ਹੈ ਉਹ ਮਿਲ ਗਿਆ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸ਼ਰਵਣ ਕੀਤੀ ਹੈ, ਆਓ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ। ਵੀਰਵਾਰ ਵੀਰ ਭਰਮ ਭੁਲਾਏ। ਸਤਿਗੁਰੂ ਜੀ ਨੇ ਜਿਵੇਂ 12 ਮਹੀਨੇ 12 ਮਾਹ ਰਾਹੀਂ ਸਿੱਖਿਆ ਦਿੱਤੀ ਹੈ, ਜਿਵੇਂ 15 ਥਿੱਤਾਂ ਰਾਹੀਂ ਸਿੱਖਿਆ ਦਿੱਤੀ ਹੈ, ਇਸੇ ਤਰ੍ਹਾਂ 15 ਥਿੱਤੀ ਤੈ 7 ਵਾਰ, ਜਿਹੜੇ 7 ਵਾਰ ਨੇ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਗੁਰੂ ਜੀ
ਸਾਨੂੰ ਸਿੱਖਿਆ ਦਿੰਦੇ ਨੇ ਵੀ ਵੇਖੋ ਵੱਖਰੇ ਵੱਖਰੇ ਗ੍ਰਹਿਾਂ ਦੇ ਨਾਂ ਤੇ ਇਹ ਨਾਮ ਰੱਖੇ ਨੇ, 7 ਦਿਨ ਉਹਨਾਂ ਨੂੰ ਦੇ ਦਿੱਤੇ, ਪਰ ਜਿਸ ਪਰਮਾਤਮਾ ਨੇ ਇਹ ਗ੍ਰਹਿ ਬਣਾਏ, ਜਿਨਨੇ ਦਿਨ ਰਾਤ ਬਣਾਏ, ਉਹਦੇ ਨਾਮ ਤੇ ਕੋਈ ਵਾਰ ਵੀ ਨਹੀਂ ਰੱਖਿਆ। ਲੋਕ ਅਗਿਆਨਤਾ ਕਾਰਨ, ਬੇਸਮਝੀ ਕਾਰਨ ਪਰਮਾਤਮਾ ਤੋਂ ਟੁੱਟ ਗਏ। ਉਹਦੇ ਪੈਦਾ ਕੀਤੇ ਹੋਏ ਸੂਰਜ ਨੂੰ ਸੰਨ ਡੇ, ਆਪਾਂ ਉਹਦੇ ਪੈਦਾ ਕੀਤੇ ਹੋਏ ਚੰਦਰਮਾ ਨੂੰ ਸੋਮਵਾਰ ਕਹਿ ਕੇ, ਮੰਡੇ ਕਹਿ ਕੇ ਕਈ ਵਾਰ ਜਿਹੜੇ ਵਾਰਾਂ ਦੀ ਗਿਣਤੀ ਕਰਦੇ ਆ, ਪਰ ਜਿੰਨੇ ਸੂਰਜ ਚੰਦਰਮਾ ਬਣਾਏ ਉਹਦੇ ਨਾਮ ਤੇ ਕੋਈ ਵਾਰ ਨਹੀਂ ਰੱਖਿਆ ਗਿਆ। ਸਾਹਿਬ ਕਹਿਣ ਲੱਗੇ ਉਹਦੇ ਨਾਲੋਂ ਟੁੱਟ ਕੇ ਲੋਕ ਉਹਦੀ ਰਚਨਾ ਨਾਲ ਜੁੜ ਗਏ ਤੇ ਸਾਨੂੰ ਸਿੱਖਿਆ ਦਿੱਤੀ। ਕਹਿਣ ਲੱਗੇ ਜਿਹੜਾ ਵੀਰਵਾਰ ਹੈ ਨਾ, ਵੀਰ ਦਾ ਅਰਥ ਹੁੰਦਾ ਹੈ ਵੀਰਤਾ ਰੱਖਣ ਵਾਲੇ ਸੂਰਬੀਰ। ਜਿਵੇਂ 6 ਜਤੀ, ਜਿਵੇਂ 9 ਨਾਥ, ਇਸੇ ਤਰ੍ਹਾਂ 52 ਵੀਰ ਮੰਨੇ ਗਏ ਨੇ। ਤੇ ਸਾਹਿਬ ਕਹਿਣ ਲੱਗੇ ਇਹਨਾਂ ਵੀਰਾਂ ਨਾਲ ਨਹੀਂ ਜੁੜਨਾ, ਕਿਉਂਕਿ ਅਤ ਸੂਰਾ ਜੇ ਕੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਪ੍ਰਭੂ ਦੀ ਰੱਖੀ ਕਲਾ ਦੁਆਰਾ ਹੀ ਕਿਸੇ ਵਿੱਚ ਸੂਰਵੀਰਤਾ ਹੈ, ਕਿਸੇ ਵੀਰ ਨਾਲ, ਸੂਰਬੀਰ ਨਾਲ ਨਹੀਂ, ਸਗੋਂ ਉਹਦੇ ਨਾਲ ਜੁੜਨਾ ਜਿਨੇ ਸੂਰਬੀਰਤਾ ਦਿੱਤੀ ਹੈ। ਹੁਣ ਵੀਰਵਾਰ ਦਾ ਜਿਹੜਾ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਕਈ ਲੋਕ 52 ਵੀਰਾਂ ਨਾਲ ਜੁੜ ਜਾਂਦੇ ਨੇ, ਉਹਨਾਂ 52 ਵੀਰਾਂ ਦੀ ਪੂਜਾ ਕਰਦੇ ਨੇ। ਨਹੀਂ, ਵੀਰਵਾਰ ਵੀਰ ਭਰਮ ਭੁਲਾਏ, ਇਹ ਸਿੱਖਿਆ ਲੈਣੀ ਹੈ ਵੀਰਵਾਰ ਦੇ ਰਾਹੀਂ ਕਿ ਪਰਮਾਤਮਾ ਨੇ ਇਹਨਾਂ ਵੀਰਾਂ ਨੂੰ ਵੀ ਮੋਹ ਮਾਇਆ ਦੇ ਭਰਮਾਂ ਵਿੱਚ ਭੁਲਾਇਆ ਹੋਇਆ। ਭਾਵ ਇਹ ਵੀ ਪਰਮਾਤਮਾ ਤੋਂ ਟੁੱਟ ਕੇ ਜਦੋਂ ਆਪਣੀ ਪੂਜਾ ਵੱਲ ਲੋਕਾਂ ਨੂੰ ਆਕਰਸ਼ਿਤ ਕਰਦੇ ਨੇ ਤੇ ਸੱਚਮੁੱਚ ਇਹ ਵੀ ਭੁੱਲੇ ਹੋਏ ਨੇ ਅਹੰਗ ਬ੍ਰਹਮ ਜਾਂ ਅਨਲ ਹਕ। ਭਾਵ ਜਦੋਂ ਜੋੜਨਾ ਤੇ ਪਰਮਾਤਮਾ ਨਾਲ ਸੀ, ਪਰ ਹੋਇਆ ਕਿ ਬ੍ਰਹਮਾ ਬਿਸ਼ਨ ਸਿਰੇ ਤੈ ਅਗਨਤ, ਤਿੰਨ ਕੋ ਮੋਹ ਭਇਆ ਮਨ ਮਦ ਕਾ। ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਸੀ, ਸਾਹਿਬ ਕਹਿਣ ਲੱਗੇ ਉਹਦੇ ਨਾਲੋਂ ਟੁੱਟ ਗਏ। ਬ੍ਰਹਮਾ ਬਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੈ ਨਾ ਚੇਤੈ ਬਪੜੇ, ਹਰ ਗੁਰਮੁਖ ਸੋਝੀ ਪਾਈ। ਇਸ ਕਰਕੇ ਇਹ ਵੀ ਭਰਮ ਦੇ ਵਿੱਚ, ਇਹ ਵੀ ਕਈ ਤਰ੍ਹਾਂ ਦੀ ਭਟਕਣਾ ਦੇ ਵਿੱਚ ਪੈ ਕੇ ਭੁੱਲੇ ਹੋਏ ਹਨ। ਪ੍ਰੇਤ ਭੂਤ ਸਭ ਦੂਜੈ ਲਾਏ, ਜਿਨ੍ਹਾਂ ਨੂੰ ਲੋਕੀ ਪ੍ਰੇਤ ਜਾਂ ਭੂਤ ਮੰਨਦੇ ਨੇ। ਵੈਸੇ ਭੂਤ ਦਾ ਅਰਥ ਹੁੰਦਾ ਜੋ ਬੀਤ ਚੁੱਕਾ ਹੋਵੇ। ਜਦੋਂ ਆਪਾਂ ਵਰਤਮਾਨ ਤੋਂ ਥੱਲੇ ਚਲੇ ਜਾਈਏ ਤੇ ਸੱਚਮੁੱਚ ਖੁਦ ਆਪਾਂ ਪ੍ਰੇਤ ਹੀ ਬਣ ਜਾਂਦੇ ਹਾਂ। ਸਾਡਾ ਵਰਤਮਾਨ ਪਰਮਾਤਮਾ ਹੈ, ਤੇ ਜਦੋਂ ਅਸੀਂ ਪਰਮਾਤਮਾ ਤੋਂ ਟੁੱਟ ਜਾਂਦੇ ਆ ਨਾ, ਤੇ ਸਾਹਿਬ ਕਹਿੰਦੇ ਕੱਲ ਮੈਂ ਪ੍ਰੇਤ ਜਿਨੀ ਨਾਮ ਨਾ ਪਛਾਤਾ। ਜੇ ਸ਼ਾਮ ਦਾ ਸਮਾਂ ਹੋਵੇ, ਸਾਡੇ ਘਰ ਸੁਧ ਰਹਿਰਾਸ ਸਾਹਿਬ ਦਾ ਪਾਠ ਚੱਲਦਾ ਹੋਵੇ ਤੇ ਸਾਡੇ ਘਰ ਵਿੱਚ ਸਾਰੇ ਦੇਵਤੇ ਨੇ, ਤੇ ਜੇ ਟੀਵੀ ਚੱਲ ਰਿਹਾ ਹੋਵੇ, ਸ਼ਰਾਬਾਂ ਚੱਲ ਰਹੀਆਂ ਹੋਣ, ਲੋਕੀ ਨੱਚ ਟੱਪ ਰਹੇ ਹੋਣ, ਸ਼ਾਮ ਦਾ ਸੋਧਰ ਦਾ ਸਮਾਂ ਹੋਵੇ, ਤੇ ਸਾਹਿਬ ਕਹਿੰਦੇ ਫਿਰ ਧੀ ਜਨੂਰੀ ਪੁੱਤ ਜਨੂਰਾ ਜੋਰੂ, ਜਿਨ੍ਹਾਂ ਦਾ ਸਿਕਦਾਰ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ। ਫਿਰ ਪੁੱਤ ਵੀ ਜਿੰਨ, ਧੀ ਵੀ ਜਨੂਰੀ, ਸਾਰੇ ਭੂਤ ਪ੍ਰੇਤ ਹੀ ਨੇ। ਇੱਥੇ ਤੱਕ ਕਿ ਜਦੋਂ ਪਰਮਾਤਮਾ ਨਾਲੋਂ ਟੁੱਟ ਜਾਵਾਂਗੇ, ਸਾਹਿਬ ਕਹਿੰਦੇ ਫਿਰ ਬੇਤਾਲ, ਹਰ ਕੇ ਨਾਮਹੀਨ, ਬੇਤਾਲ ਵਾਲੀ ਅਵਸਥਾ ਬਣ ਜਾਵੇਗੀ। ਜਿਨ੍ਹਾਂ ਨੂੰ ਲੋਕੀ ਭੂਤ ਪ੍ਰੇਤ ਮੰਨਦੇ ਨੇ, ਪ੍ਰੇਤ ਭੂਤ ਸਭ ਦੂਜੈ ਲਾਏ, ਉਹ ਵੀ ਵੇਖੋ ਪਰਮਾਤਮਾ ਤੋਂ ਟੁੱਟ ਕੇ ਦੂਜੇ ਪਿਆਰ ਵਿੱਚ ਜੁੜ ਗਏ। ਕਿਉਂਕਿ ਜੇ ਇਹਨਾਂ ਨੂੰ ਜੂਨਾ ਵੀ ਮੰਨ ਲਈਏ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਕਹਿਣ ਲੱਗੇ ਇਹ ਵੀ ਪਰਮਾਤਮਾ ਤੋਂ ਟੁੱਟ ਕੇ ਦੂਜੇ ਪਿਆਰ ਵਿੱਚ ਜੁੜੇ ਹੋਏ ਹਨ, ਲੱਗੇ ਹੋਏ ਹਨ। ਆਪ ਉਪਾਏ ਕਰ ਵੇਖੈ ਵੇਕਾ, ਉਹ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਤੇ ਵੇਕਾ ਦਾ ਅਰਥ ਹੈ ਭਿੰਨ ਭਿੰਨ ਕਿਸਮਾਂ ਦੇ ਜੀਵ ਬਣਾ ਕੇ, ਵੇਖੇ ਦਾ ਅਰਥ ਹੈ ਸੰਭਾਲ ਕਰਦਾ। ਭਾਵ ਇਹਨਾਂ ਸਾਰੀ ਸ੍ਰਿਸ਼ਟੀ ਦਾ ਉਹ ਮਾਲਕ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਉਹ ਸੰਭਾਲਣ ਵਾਲਾ ਹੈ। ਸਭਨਾ ਕਰਤੇ ਤੇਰੀ ਟੇਕਾ, ਇਹ ਕਰਤੇ ਪੁਰਖ ਵਾਹਿਗੁਰੂ ਜੀ ਸਾਰਿਆਂ ਨੂੰ ਤੇਰੀ ਟੇਕ ਹੈ, ਤੇ ਫਿਰ ਅਸੀਂ ਤੇਰੀ ਟੇਕ ਛੱਡ ਕੇ ਉਹਨਾਂ ਦੀ ਟੇਕ ਕਿਉਂ ਲਈਏ? ਵੀ ਕੋਈ 52 ਵੀਰਾਂ ਦੀ ਟੇਕ ਲਈ ਫਿਰੇ, ਕੋਈ ਭੂਤਾਂ ਪ੍ਰੇਤਾਂ ਦੀ ਟੇਕ ਲਈ ਫਿਰੇ। ਇਹਨਾਂ ਸਾਰਿਆਂ ਨੂੰ ਤੇਰੀ ਟੇਕ ਹੈ। ਸਭਨਾ ਕਰਤੇ ਤੇਰੀ ਟੇਕਾ, ਤੇ ਅਸੀਂ ਵੀ ਫਿਰ ਤੇਰੀ ਟੇਕ ਰੱਖੀਏ, ਤੇਰੇ
ਨਾਲ ਜੁੜੀਏ, ਤੇਰਾ ਆਸਰਾ ਆਪਣੀ ਜ਼ਿੰਦਗੀ ਵਿੱਚ ਤੱਕਣਾ ਕਰੀਏ। ਜੀਵ ਜੰਤ ਤੇਰੀ ਸਰਣਾਈ, ਸਾਰੇ ਜੀਵ ਜੰਤ ਤੇਰੀ ਹੀ ਸ਼ਰਨ ਵਿੱਚ ਹਨ। ਸੋ ਮਿਲੈ ਜਿਸ ਲਹਿ ਮਿਲਾਈ। ਇਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਤੇਰੀ ਸ਼ਰਨ ਵਿੱਚ ਨੇ, ਪਰ ਤੈਨੂੰ ਮਿਲਦੇ ਉਹ ਨੇ ਜਿਨ੍ਹਾਂ ਤੇ ਕਿਰਪਾ ਕਰਕੇ, ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਲੈਂਦੇ ਹੋ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਸ ਪਾਵਨ ਗੁਰ ਸ਼ਬਦ ਦੇ ਰਾਹੀਂ ਸਿੱਖਿਆ ਦਿੱਤੀ ਹੈ ਕਿ ਦਿਨਾਂ ਵਾਰਾਂ ਨਾਲ ਨਹੀਂ ਜੁੜਨਾ, ਦਿਨਾਂ ਵਾਰਾਂ ਦੇ ਭੁਲੇਖਿਆਂ ਵਿੱਚ ਨਹੀਂ ਪੈਣਾ, ਉਹਦੇ ਨਾਲ ਜੁੜਨਾ। ਦਿਨ ਰਾਤੀ ਜਿੰਨ ਬਣਾਈਆਂ, ਜਿੰਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ। ਕਹਿੰਦੇ ਜਿੰਨੇ ਦਿਨ ਬਣਾ ਕੇ ਰਾਤ ਬਣਾਈ, ਜਿੰਨੇ ਦਿਨ ਵਾਰ ਬਣਾਏ, ਮਹੀਨੇ ਬਣਾਏ, ਯੁੱਗ ਬਣਾਏ, ਜੇ ਉਹਦੇ ਨਾਲ ਨਾ ਜੁੜਿਆ ਤੇ ਤੇਰੀ ਗਿਣਤੀ ਕਮਜਾਤਾਂ ਵਿੱਚ ਆਵੇਗੀ। ਜਿਵੇਂ ਕੋਈ ਆਪਣੇ ਖਸਮ ਨੂੰ ਛੱਡ ਦਵੇ ਤੇ ਸਾਡਾ ਸੰਸਾਰ ਆਖਦਾ ਕਮਜਾਤ। ਜਦੋਂ ਅਸੀਂ ਰੱਬ ਨੂੰ ਛੱਡ ਕੇ ਵਰਤ ਰੱਖਾਂਗੇ, ਸ਼ਰਾਧ ਕਰਾਂਗੇ, ਕਿਤੇ ਹੋਰ ਪੂਜਾ ਕਰਾਂਗੇ, ਗ੍ਰਹਿ ਨਛੱਤਰਾਂ ਨੂੰ ਮੰਨਾਂਗੇ, ਤੇ ਸਾਡੀ ਗਿਣਤੀ ਕਮਜਾਤਾਂ ਵਿੱਚ ਆਵੇਗੀ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਝ ਸਨਾਤ। ਫਿਰ ਅਸੀਂ ਖੁਦ ਹੀ ਸਨਾਤ ਹਾਂ, ਖੁਦ ਹੀ ਅਸੀਂ ਭੂਤ ਪ੍ਰੇਤ ਹਾਂ। ਤੇ ਸਾਹਿਬ ਕਹਿੰਦੇ ਜਦੋਂ ਜੀਵ ਭੂਤ ਪ੍ਰੇਤਾਂ ਦੀ ਬਿਰਤੀ ਵਿੱਚ ਵਿਚਰਦੇ ਨੇ ਨਾ, ਤੇ ਇਹ ਸਾਰੇ ਰੱਬ ਤੋਂ ਟੁੱਟ ਕੇ ਫਿਰ ਜਦੋਂ ਦੂਜੇ ਪਾਸੇ ਜੁੜ ਗਏ ਤੇ ਸੱਚਮੁੱਚ ਇਹ ਭਰਮ ਭੁਲੇਖਿਆਂ ਵਿੱਚ ਪਏ ਹੋਏ ਨੇ। ਜੁੜਨਾ ਉਸ ਰੱਬ ਦੇ ਨਾਲ ਹੈ ਜਿਹੜਾ ਕਿਸੇ ਭਰਮ ਭੁਲੇਖੇ ਵਿੱਚ ਨਹੀਂ ਹੈ। ਸਤਿਗੁਰੂ ਕਿਰਪਾ ਕਰਨ। ਪਾਵਨ ਮੁੱਖ ਵਾਕ ਦੀ ਅਤੇ ਲੜੀਵਾਰ ਗੁਰਬਾਣੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਮਹਾਨ ਕੌਮ ਦੇ ਸ਼ਹੀਦ, ਜਿਨ੍ਹਾਂ ਨੇ ਖੋਪਰੀ ਤਾਂ ਲਵਾ ਲਈ ਪਰ ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਇਆ। ਉਹਨਾਂ ਦੇ ਜਨਮ ਦੀ 3 ਸ਼ਤਾਬਦੀ, ਉਹਨਾਂ ਦੇ ਜਨਮ ਸਥਾਨ ਨਗਰ ਪੂਲਾ, ਜੋ ਅੰਮ੍ਰਿਤਸਰ ਤੋਂ ਜਦੋਂ ਆਪਾਂ ਝਬਾਲ ਸੁਰ ਸਿੰਘ ਜਾਂਦੇ ਹਾਂ ਤੇ ਸੁਰ ਸਿੰਘ ਦੇ ਨਾਲ ਹੀ ਅੱਗੇ ਪੂਲਾ ਪਿੰਡ ਹੈ, ਉੱਥੇ 7, 8 ਤੇ 9 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਇਹ 300 ਸਾਲਾ ਜੋ ਸ਼ਹੀਦ ਭਾਈ ਤਾਰੂ ਸਿੰਘ ਦਾ ਜਨਮ ਦਿਹਾੜਾ ਹੈ, ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਣਾ ਹੈ। ਸੰਗਤਾਂ ਸਮੇਂ ਸਮੇਂ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਬਣਾਉਣ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਜੀਵ ਜੰਤ ਤੇਰੀ ਸਰਣਾਈ, ਸੋ ਮਿਲੈ ਜਿਸ ਲਹਿ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।